ਧਨ ਧਨ ਸੋ ਗੁਰ ਸਿੱਖ ਕਹੀਐ, ਜਿਨ ਹਰ ਨਾਮਾ ਮੁਖ ਰਾਮ ਕਹਿਆ। परम सत्कारयोग जुगो जुग अटल चवर छतर तख्त दे मालक पतित पावन कृपा निधान वालिए कुल आलम ज्ञान दे सागर गुरबानी दे मुजस्समे सरवरे कायनात दीन दुनिया दे बादशाह दीन दुनिया दे रहबर धन धन साहिब श्री गुरु ग्रंथ साहिब सच्चे पातशाह महाराज जी दी पावन ते पवित्र निੱਘੀ गोद दा आनंद मान रही गुरु रूप खालसा साध संगत जी वडभागे हां। बहुत वड्डे भाग ने साडे सारिਆਂ ਦੇ जिन्हां नूं सतगुरु पातशाह जी दी गोद विच बैठ के जीवन दियां ਇਹ ਘੜੀਆਂ सफलियां करन दा सुभाग समा ਜਿਹੜਾ है प्राप्त होया है। साध संगत सिख कौम दे महान शहीद अति सत्कारयोग धन धन बाबा दीप सिंह जी दा 338वां जन्म दिहाड़ा जो कि समुचे ही संसार दे विच समुचे ही विश्व दे विच बहुत शरधा अते भावना दे नाल मनाया जा रहा है। सब तो पहला दास वल्लों समूह साध संगत नूं बाबा दीप सिंह जी दे जन्म दिहाड़े दियां लख लख वधाइयां होण ते मैं अरदास करदा धन साहिब श्री गुरु ग्रंथ साहिब सच्चे पातशाह महाराज जी दे चरनां दे विच सतगुरु पातशाह जी आप सरबत माई भाई नूं चढ़दी कला बख्शण। आओ साध संगत केवल 10-15 मिनट आप संगत दे नाल विचारां दी सांझ पाउणी है। विचारां दी प्रारंभता करन तो पहला गुर कलगीधर पातशाह महाराज वल्लों बख्शिश कीती हुई फतेह नाल सांझ पाइए जी। इक्को वरी कहण ते गज के बुलाओ जी फतेह। वाहिगुरु जी का खालसा वाहिगुरु जी की फतेह। साध संगत असीं अज सारे बाबा दीप सिंह जी दा 338वां जन्म दिहाड़ा मना रहे हैं। माफ करना जी, कोई साडे नगर दे विच साडे शहर दे विच साडे पिंड दे विच चढ़ाई कर जावे ना, ਉਹਨੂੰ 6 ਮਹੀਨੇ ਲੋਕ याद करते ने, साल याद करते ने, 2 साल याद करते ने, ते मुड़ के ਉਹਦਾ चेता भुल जाता है। मुड़ के ਉਹਦਾ चेता भुल जाता है। पर माफ करना 338 साल लंघ गए। अज समुचे विश्व दे विच बाबा दीप सिंह जी का जन्म दिहाड़ा मनाया जा रहा है। उन्हां दे गुण गाए जा रहे ने, उन्हां दी वडियाई कीती जा रही है। इहदा कारण की है? जदों आपां गुरु ग्रंथ साहिब दी पावन बाणी पढ़दे हां ना, ते गुरु ग्रंथ साहिब जी दी पावन बाणी दे अंदर माझ राग दे विच 143 अंग ते गुरु नानक साहिब जी दा एक शब्द आउंदा है। महाराज कहंदे ने, कहहां कंचन टुटै सार, अग्नि गंढ पाए लोहार, गोरी सेती टुटै पधार, पुत्ती गंढ पवे संसार,
ਕਾਲੇ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਇਸੇ ਸ਼ਬਦ ਦੇ ਵਿੱਚ ਇੱਕ ਪੰਕਤੀ ਆਉਂਦੀ ਏ, ਮਹਾਰਾਜ ਕਹਿੰਦੇ ਨੇ ਮੋਇਆ ਗੰਢ ਨੇਕੀ ਸਤ ਹੋਏ। ਮੋਇਆ ਗੰਢ ਨੇਕੀ ਸਤ ਹੋਏ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਰਨ ਤੋਂ ਬਾਅਦ ਵੀ ਲੋਕ ਉਸ ਬੰਦੇ ਨੂੰ ਯਾਦ ਕਰਦੇ ਨੇ, ਉਹਦੇ ਗੁਣ ਗਾਏ ਜਾਂਦੇ ਨੇ, ਉਹਦੀ ਵਡਿਆਈ ਕੀਤੀ ਜਾਂਦੀ ਏ ਜਿਹੜਾ ਬੰਦਾ ਜਿਉਂਦੇ ਜੀ ਰੱਬ ਦੀ ਭਗਤੀ ਕਰਦਾ ਏ, ਚੰਗੇ ਕੰਮ ਕਰਦਾ ਏ। ਵੇਖੋ ਜੀ, ਜੇ ਅੱਜ ਆਪਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਨਾ, ਤੇ ਉਹਦਾ ਕਾਰਨ ਪਤਾ ਕੀ ਏ? ਉਹਦਾ ਕਾਰਨ ਇਹੋ ਹੀ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਰੱਬ ਦੀ ਭਗਤੀ ਕੀਤੀ। ਬਾਬਾ ਦੀਪ ਸਿੰਘ ਜੀ ਨੇ ਪ੍ਰਮਾਤਮਾ ਦੀ ਭਗਤੀ ਕੀਤੀ, ਪ੍ਰਮਾਤਮਾ ਦੀ ਬੰਦਗੀ ਕੀਤੀ। ਉਹਨਾਂ ਨੇ ਇਸ ਸਮਾਜ ਵਿੱਚ ਰਹਿ ਕੇ, ਇਸ ਸੰਸਾਰ ਦੇ ਵਿੱਚ ਰਹਿ ਕੇ ਚੰਗੇ ਕੰਮ ਕੀਤੇ। ਉਹਨਾਂ ਨੇ ਇਸ ਸਮਾਜ ਨੂੰ, ਇਸ ਸੰਸਾਰ ਨੂੰ ਸੋਹਣਾ ਬਣਾਇਆ, ਸੋਹਣਾ। ਤਾਂ ਅੱਜ ਬਾਬਾ ਦੀਪ ਸਿੰਘ ਜੀ ਦਾ ਆਪਾਂ ਜਨਮ ਦਿਹਾੜਾ ਮਨਾ ਰਹੇ, ਤਾਂ ਉਹਨਾਂ ਦਾ ਆਪਾਂ ਜਨਮ ਦਿਹਾੜਾ ਮਨਾ ਰਹੇ। ਮਹਾਰਾਜ ਕਹਿੰਦੇ ਮੋਇਆ ਗੰਢ ਨੇਕੀ ਸਤ ਹੋਏ। ਮਰਨ ਤੋਂ ਬਾਅਦ ਸਦੀਆਂ ਤੱਕ ਲੋਕ ਉਸ ਬੰਦੇ ਨੂੰ ਯਾਦ ਕਰਦੇ ਨੇ, ਉਹਦੇ ਗੁਣ ਗਾਏ ਜਾਂਦੇ ਨੇ, ਉਹਦੀ ਵਡਿਆਈ ਕੀਤੀ ਜਾਂਦੀ ਏ ਜਿਹੜਾ ਬੰਦਾ ਚੰਗੇ ਕੰਮ ਕਰਦਾ ਹੈ, ਜਿਹੜਾ ਬੰਦਾ ਰੱਬ ਦੀ ਭਗਤੀ ਕਰਦਾ ਹੈ, ਜਿਹੜਾ ਬੰਦਾ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ। ਜਿਹੜਾ ਕਰਦਾ ਏ, ਗਲਤ ਕੰਮ ਕਰਦਾ ਏ, ਸਮਾਜ ਨੂੰ ਗੰਦਾ ਕਰਦਾ ਏ, ਸੱਚ ਜਾਣਿਓ ਲੋਕ ਜਿਉਂਦੇ ਜੀ ਵੀ ਉਹਨੂੰ ਗਾਲਾਂ ਕੱਢਦੇ ਨੇ, ਤੇ ਜਦੋਂ ਉਹ ਬੰਦਾ ਮਰਦਾ ਏ ਲੋਕ ਕਹਿੰਦੇ ਸ਼ੁਕਰ ਹੋਇਆ ਰੱਬ ਦਾ, ਇਹ ਮਰ ਗਿਆ। ਕਿਉਂ? ਕਿਉਂਕਿ ਇਹਦੇ ਕਰਮ ਮਾੜੇ ਸਨ, ਇਹਦੇ ਕਰਮ ਮਾੜੇ ਸਨ। ਪਰ ਜਿਹੜਾ ਕੰਮ ਚੰਗੇ ਕਰਦਾ ਏ ਲੋਕ ਉਹਦੀ ਸਿਫਤ ਕਰਦੇ ਨੇ, ਉਹਦੀ ਉਸਤਤ ਕਰਦੇ ਨੇ, ਉਹਦੀ ਵਡਿਆਈ ਕੀਤੀ ਜਾਂਦੀ ਏ। ਇੱਕ ਦੋ ਬਚਨ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ। ਪੜੋ ਬਾਣੀ, ਪਾਵਨ ਬਾਣੀ 'ਚ ਬਚਨ ਆਉਂਦੇ। ਮਹਾਰਾਜ ਕਹਿੰਦੇ ਜਿਨ ਹਰ ਮਨ ਵਸਿਆ, ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਜਿਨ ਹਰ ਮਨ ਵਸਿਆ, ਜਿਹਦੇ ਮਨ ਵਿੱਚ ਰੱਬ ਵਸ ਗਿਆ, ਜਿਹਦੇ ਹਿਰਦੇ ਵਿੱਚ ਰੱਬ ਵਸ ਗਿਆ। ਰੱਬ ਵਸਣ ਦਾ ਮਤਲਬ ਪਤਾ ਕੀ ਹੈ? ਚੰਗੇ ਗੁਣ ਆ ਜਾਣੇ। ਰੱਬ ਹਿਰਦੇ 'ਚ ਵਸਣ ਦਾ ਮਤਲਬ ਹੈ ਚੰਗੇ ਗੁਣ ਆ ਜਾਣੇ। ਜਿਹੜਾ ਬੰਦਾ ਚੰਗੇ ਕੰਮ ਕਰਦਾ ਹੈ ਨਾ, ਸਮਝ ਲਓ ਉਹਨੇ ਰੱਬ ਨੂੰ ਪਾ ਲਿਆ, ਉਹਦੇ ਹਿਰਦੇ 'ਚ ਰੱਬ ਆ ਗਿਆ, ਉਹਦੇ ਹਿਰਦੇ 'ਚ ਪ੍ਰਮਾਤਮਾ ਆ ਗਿਆ। ਮਹਾਰਾਜ ਕਹਿੰਦੇ ਜਿਨ ਹਰ ਮਨ ਵਸਿਆ ਸੇ ਦਰ ਸਾਚੇ। ਜਿਨ੍ਹਾਂ ਦੇ ਮਨ ਵਿੱਚ ਰੱਬ ਵਸ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵਸ ਗਿਆ, ਪ੍ਰਮਾਤਮਾ ਵਸ ਗਿਆ, ਉਹ ਸੱਚੇ ਨੇ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ। ਅਗਲਾ ਬਚਨ ਹੈ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਏ ਨਾ ਮੇਟਣ ਹਾਰਾ। ਉਹਨਾਂ ਦੀ ਵਡਿਆਈ ਫਿਰ ਰਹਿੰਦੀ, ਉਹਨਾਂ ਦੀ ਵਡਿਆਈ ਨੂੰ, ਉਹਨਾਂ ਦੀ ਸ਼ੋਭਾ ਨੂੰ ਕੋਈ ਖਤਮ ਨਹੀਂ ਕਰ ਸਕਦਾ। ਆਪਾਂ ਪਾਵਨ ਬਾਣੀ ਪੜ੍ਹਦੇ ਆਂ, ਪਾਵਨ ਬਾਣੀ ਦੇ ਵਿੱਚ ਬਚਨ ਆਉਂਦੇ ਨੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜਾ ਸੱਚ ਦੇ ਰਾਹ ਤੇ ਚੱਲਦਾ ਹੈ ਨਾ, ਸੱਚ ਦੇ ਰਾਹ ਤੇ ਲੋਕ ਉਹਦੀ ਉਸਤਤ ਕਰਦੇ ਨੇ, ਲੋਕ ਉਹਦੀ ਸ਼ੋਭਾ ਕਰਦੇ ਨੇ। ਤੇ ਗੁਰੂ ਸਾਹਿਬ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਜਿਹੜੇ ਰੱਬ ਦੀ ਭਗਤੀ ਕਰਦੇ ਨੇ। ਮਹਾਰਾਜ ਕਹਿੰਦੇ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾ ਇਹ ਸੁਆਓ, ਜਨ ਕੇ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰੂ ਅਰਜਨ ਸਾਹਿਬ ਕਹਿੰਦੇ ਮੇਰੀ ਨਮਸਕਾਰ ਹੈ ਉਸ ਗੁਰਸਿੱਖ ਦੇ ਅੱਗੇ ਜਿਹੜਾ ਗੁਰਸਿੱਖ ਰੱਬ ਦੀ ਭਗਤੀ ਕਰਦਾ ਹੈ, परमात्मा दी भगती करता है। महाराज ने ते इथों तक कह दिता, भाग छड़े हर संत तुम्हारे, जिन घर धन हर नामा, परवान गणी सेई ए आए सफल तिन्ना के काम। भी उन्हां दा इस दुनिया ते आउणा परवान है जिहड़े रब दी भगती करदे ने, जिहड़े परमात्मा दी भगती करदे ने। साध संगत, बाबा दीप सिंह जी जिन्हां दा जन्म पिंड पहूविंड 1682 दे विच भाई भगता जी दे घर माता जिउणी दी कुख तो होया। मेरे तो पहला बहुत सत्कारयोग भाई गुलजार सिंह जी खेड़ा तिन्हां दे ढाडी जथे ने आप संगतां दे नाल इतिहास साझा कीता है। वेखो जी, मैं बेनती करनी चाहुंदा, भाई भगता जी ते माता जिउणी जी जिहड़े पहला ही गुरु नानक दे घर नाल जुड़े ने, गुरमत दा रंग उन्हां दे उत्ते चढ़िया होया है ते गुरमत दा रंग उन्हां ने अपने पुत्र दे उत्ते चाढ़िया।
ਗੁਰਮਤ ਦੇ ਵਿੱਚ ਉਹ ਰੰਗੇ ਹੋਏ ਨੇ ਤੇ ਉਹਨਾਂ ਨੇ ਆਪਣੇ ਪੁੱਤਰ ਨੂੰ ਵੀ ਗੁਰਮਤ ਦੇ ਰੰਗ ਵਿੱਚ ਰੰਗ ਦਿੱਤਾ। ਇੱਕ ਬੇਨਤੀ ਕਰਨੀ ਚਾਹੁੰਦਾ ਜੀ, ਵੇਖੋ ਭਾਈ ਭਗਤਾ ਜੀ ਕੱਲੇ ਨਾਂ ਕਰਕੇ ਭਗਤਾ ਜੀ ਨਹੀਂ, ਕਿਤੇ ਜੀਵਨ ਪੜੋ ਭਾਈ ਭਗਤਾ ਜੀ ਦਾ। ਉਹ ਸੱਚਮੁੱਚ ਹੀ ਰੱਬ ਦੇ ਭਗਤ ਸੀ, ਸੱਚਮੁੱਚ ਹੀ ਪ੍ਰਮਾਤਮਾ ਦੇ ਭਗਤ ਸੀ। ਵੇਖੋ ਸਾਧ ਸੰਗਤ, ਗਿਆਨੀ ਪੁਰਸ਼ਾਂ ਨੇ ਨਾ, ਗਿਆਨੀ ਪੁਰਸ਼ਾਂ ਨੇ ਭਗਤ ਸ਼ਬਦ ਦੇ ਬੜੇ ਵਧੀਆ ਅਰਥ ਕੀਤੇ ਨੇ। ਭਗਤ ਸ਼ਬਦ ਦੇ ਬੜੇ ਵਧੀਆ ਅਰਥ ਕੀਤੇ ਨੇ। 3 ਅੱਖਰਾਂ ਦਾ ਸੁਮੇਲ ਹੈ ਭਗਤ ਸ਼ਬਦ, 3 ਅੱਖਰਾਂ ਦਾ, ਭੱਬਾ, ਗੱਗਾ ਤੇ ਤੱਤਾ। ਤੇ ਗਿਆਨੀਆਂ ਨੇ ਬੜੇ ਸੋਹਣੇ, ਵਿਦਵਾਨਾਂ ਨੇ ਬੜੇ ਸੋਹਣੇ ਅਰਥ ਕੀਤੇ। ਉਹਨਾਂ ਨੇ ਭੱਬੇ ਦਾ ਅਰਥ ਕੀਤਾ ਹੈ ਭਗਤੀ ਕਰਨ ਵਾਲਾ। ਭੱਬੇ ਦਾ ਅਰਥ ਉਹਨਾਂ ਨੇ ਕੀਤਾ ਹੈ ਭਗਤੀ ਕਰਨ ਵਾਲਾ। ਗੱਗੇ ਦਾ ਅਰਥ ਉਹਨਾਂ ਨੇ ਕੀਤਾ ਹੈ ਗਿਆਨਵਾਨ। ਭੱਬੇ ਦਾ ਅਰਥ ਕੀਤਾ ਭਗਤੀ ਕਰਨ ਵਾਲਾ, ਗੱਗੇ ਦਾ ਅਰਥ ਉਹਨਾਂ ਨੇ ਕੀਤਾ ਗਿਆਨਵਾਨ, ਤੇ ਤੱਤੇ ਦਾ ਅਰਥ ਉਹਨਾਂ ਨੇ ਕੀਤਾ ਤਿਆਗੀ। ਤੱਤੇ ਦਾ ਅਰਥ ਕੀਤਾ ਤਿਆਗੀ। ਜਿਹਦੇ ਵਿੱਚ ਇਹ 3 ਗੁਣ ਨੇ ਨਾ, 3 ਗੁਣ ਅਸਲ ਦੇ ਵਿੱਚ ਉਹੀ ਭਗਤ ਹੈ, ਉਹੀ ਭਗਤ ਹੈ। ਤੇ ਮਾਫ ਕਰਨਾ, ਇਹ 3 ਗੁਣ ਭਾਈ ਭਗਤਾ ਦੇ ਵਿੱਚ ਨੇ, 3 ਗੁਣ ਭਾਈ ਭਗਤਾ ਦੇ ਵਿੱਚ। ਸਵੇਰੇ ਸ਼ਾਮ ਰੱਬ ਦੀ ਭਗਤੀ ਵੀ ਕਰਦੇ ਨੇ, ਪਰਮਾਤਮਾ ਦੀ ਭਗਤੀ ਵੀ ਕਰਦੇ ਨੇ, ਤੇ ਸਾਧ ਸੰਗਤ ਉਹ ਗਿਆਨਵਾਨ ਵੀ ਨੇ, ਉਹ ਗਿਆਨਵਾਨ ਵੀ ਨੇ। ਤੇ ਜਿੱਥੇ ਗਿਆਨਵਾਨ ਨੇ ਉੱਥੇ ਭਾਈ ਭਗਤਾ ਜੀ ਤਿਆਗੀ ਵੀ ਨੇ, ਉੱਥੇ ਭਾਈ ਭਗਤਾ ਜੀ ਤਿਆਗੀ ਵੀ ਨੇ। ਹੱਕ ਸੱਚ ਦੀ ਕਮਾਈ ਕਰਦੇ ਨੇ, 10 ਨੋਹਾਂ ਦੀ ਕਿਰਤ ਕਰਦੇ ਨੇ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਭਗਤ ਦੀ ਪਰਿਭਾਸ਼ਾ ਮਹਾਰਾਜ ਨੇ ਬੜੀ ਸੋਹਣੀ ਦਿੱਤੀ। ਪੁੱਛੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿ ਮਹਾਰਾਜ ਤੁਸੀਂ ਦੱਸੋ ਅਸਲ ਦੇ ਵਿੱਚ ਭਗਤ ਕੌਣ ਹੈ? ਤੇ ਗੁਰੂ ਸਾਹਿਬ ਕਹਿੰਦੇ ਨੇ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ। ਮਹਾਰਾਜ ਕਹਿੰਦੇ ਭਗਤ ਉਹ ਹੈ ਜਿਹੜਾ ਰੱਬ ਦੀ ਭਗਤੀ ਕਰਦਾ ਹੈ, ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ ਹੈ, ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ। ਸਾਧ ਸੰਗਤ, ਬਚਪਨ ਤੋਂ ਹੀ ਬਾਬਾ ਦੀਪ ਸਿੰਘ ਸਾਹਿਬ ਨੂੰ ਗੁਰਮਤਿ ਦੀ ਗੁੜਤੀ ਦਿੱਤੀ ਗਈ। ਬਚਪਨ ਤੋਂ ਹੀ ਮਾਤਾ ਪਿਤਾ ਨੇ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ। और मम्मी डैडी की सलाह ठीक ठाक है समझ नहीं आ रहा ठीक ठीक महाराज यार लाइव चल भाजी ऊपर हाँ ਤੁਹਾਨੂੰ ਢੀਕਣ ਦੇ ਪੱਤਰਕਾਰ ਜੀ रोटेशन आ गई सोनू सुजाता जी की हाल है कोई नहीं पढ़ो लाइव नहीं मैं नेट चलदा नहीं इधर ना मैं नेट उधर मैं शुरू कर वाहिगुरू जी एक और मारो मेरा नहीं है मेरा साहब दसी गल चाची मैं शुरू कर ਇਹ ਮਾਣ ਨਾ ਕਰੋ ਮੇਰੇ ਕੋਲ 50 ਲੱਖ ਦੀ ਕੋਠੀ, ਇਹ ਮਾਣ ਨਾ ਕਰੋ ਮੇਰੇ 4 ਧੀਆਂ ਪੁੱਤ ਨੇ, ਇਹ ਮਾਣ ਨਾ ਕਰੋ ਮੈਂ 10 ਕਿੱਲਿਆਂ ਦਾ ਮਾਲਕ ਹੈ, ਇਹ ਮਾਣ ਨਾ ਕਰੋ ਮੇਰੀਆਂ 2 ਫੈਕਟਰੀਆਂ, ਮੇਰੀਆਂ 10 ਗੱਡੀਆਂ, ਮੇਰਾ ਆਹ ਤੇ ਮੇਰਾ ਆਓ। ਮੈਂ ਕਹਿੰਦਾ ਜੇ ਜਿਉਂਦੇ ਜੀ ਮਾਣ ਕਰਨਾ ਹੈ ਨਾ, ਜਿਉਂਦੇ ਜੀ ਮਾਣ ਕਰਨਾ ਹੈ, ਇਸ ਗੱਲ ਦਾ ਮਾਣ ਕਰੋ ਸਾਨੂੰ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਮਿਲਿਆ, ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਵਰਗਾ ਗੁਰੂ ਮਿਲਿਆ ਜਿਹਨੇ ਸਾਨੂੰ ਸਤਿ ਸ੍ਰੀ ਅਕਾਲ। ਉਹ ਕਲਗੀਧਰ ਪਾਤਸ਼ਾਹ ਜਿਹਨੇ ਸਾਨੂੰ ਸਰਦਾਰੀਆਂ ਬਖਸ਼ੀਆਂ, ਜਿਹਨੇ ਸਾਨੂੰ ਸਰਦਾਰੀਆਂ ਬਖਸ਼ੀਆਂ। ਮਾਫ ਕਰਨਾ ਜੀ, ਇੱਕ ਸਿੱਖ ਜਿਹੜਾ ਹੈ ਨਾ, ਇੱਕ ਸਿੱਖ ਬਾਦਸ਼ਾਹ ਹੈ, ਬਾਦਸ਼ਾਹ। ਇੱਕ ਸਿੱਖ ਜਿਹੜਾ ਹੈ ਨਾ, ਜਿਹੜਾ ਸਿਰ ਤੇ ਦਸਤਾਰ ਬੰਨ੍ਹਦਾ ਹੈ, ਚਿਹਰੇ ਤੇ ਦਾੜਾ ਹੈ, ਜਿਹਨੇ ਗੁਰ ਕਲਗੀਧਰ ਦਾ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਖੰਡੇ ਬਾਟੇ ਦੀ ਪੌਲ ਲਈ ਹੋਈ ਹੈ। ਮੈਂ ਕਹਿੰਦਾ ਉਹ ਸਿੱਖ ਕਿਸੇ ਬਾਦਸ਼ਾਹ ਨਾਲੋਂ ਘੱਟ ਨਹੀਂ, ਕਿਸੇ ਬਾਦਸ਼ਾਹ ਨਾਲੋਂ ਘੱਟ ਨਹੀਂ, ਕਿਸੇ ਰਾਜੇ ਮਹਾਰਾਜੇ ਨਾਲੋਂ ਘੱਟ ਨਹੀਂ।
ਕਿਸੇ ਨੇ ਬੜਾ ਪਿਆਰਾ ਸੋਹਣਾ ਲਿਖਿਆ, ਉਹ ਕਹਿੰਦਾ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਨਾਲ ਗੁਰਸਿੱਖੀ ਕਲਗੀ ਧਾਰ ਬਖਸ਼ੀ, ਸਿਰ ਦੇ ਉੱਤੇ ਸੋਹਣੇ ਕੇਸ ਬਖਸ਼ੇ, ਕੇਸਾਂ ਉੱਤੇ ਸੋਹਣੀ ਦਸਤਾਰ ਬਖਸ਼ੀ। ਹੋਰ ਚਾਰ ਕੱਕੇ ਭਾਵੇਂ ਹੋਣ ਪੂਰੇ, ਹੋਰ ਚਾਰ ਕੱਕੇ ਪੂਰੇ, ਕੇਸਾਂ ਬਾਜ ਨਹੀਂ ਸਿੱਖੀ ਕਰਦਾਰ ਬਣਦਾ, ਕੇਸ ਰੱਖ ਕੇ ਸਿੰਘ ਤਾਂ ਬਣ ਸਕਦਾ, ਬੱਜੇ ਪੱਗ ਤਾਂ ਫਿਰ ਸਰਦਾਰ ਬਣਦਾ। ਉਹ ਪੱਗ ਵੇਖਣ ਨੂੰ ਕੱਪੜਾ ਏ ਕੁਝ ਮੀਟਰ ਦਾ, ਪੱਗ ਵੇਖਣ ਨੂੰ ਕੱਪੜਾ ਏ ਕੁਝ ਮੀਟਰ ਦਾ, ਐਪਰ ਰੰਗ ਦਈਏ ਹੋਰ ਵੀ ਫੱਬਦਾ ਏ, ਪਰ ਟੌਰ ਬਣਦੀ ਪੂਰੀ ਉਸ ਵੇਲੇ ਪੱਗ ਬਣ ਕੇ ਜਦ ਸਿਰ ਤੇ ਵੱਜਦਾ ਏ। ਉਹ ਪੱਗ ਬਿਨਾ ਕਾਦੀ ਪਛਾਣ ਹੁੰਦੀ, ਪੱਗ ਬਿਨਾ ਕਾਦੀ ਪਛਾਣ ਹੁੰਦੀ, ਹੋਵੇ ਆਦਮੀ ਲੱਖ ਹਜ਼ਾਰ ਜਾਂਦਾ, ਹੋਵੇ ਕਰੋੜਾਂ ਦੇ ਵਿੱਚ ਇੱਕ ਪੱਗ ਵਾਲਾ, ਲੋਕੀ ਕਹਿੰਦੇ ਉਹ ਸਰਦਾਰ ਜਾਂਦਾ, ਲੋਕੀ ਕਹਿੰਦੇ ਉਹ ਸਰਦਾਰ ਜਾਂਦਾ। ਵੇਖੋ ਜੀ, ਇੱਕ ਬੇਨਤੀ ਕਰਨੀ ਚਾਹੁੰਦਾ, ਕਿਸੇ ਥਾਂ ਤੇ ਮੰਨ ਲਓ 1 ਲੱਖ ਬੰਦੇ ਦਾ ਇਕੱਠ ਹੈ, 1 ਲੱਖ ਬੰਦੇ ਦਾ ਇਕੱਠ ਹੈ, ਤੇ ਤੁਸੀਂ ਕਿਸੇ ਨੂੰ ਕਹੋ ਭਾਈ ਇਹਨਾਂ ਵਿੱਚੋਂ ਹਿੰਦੂ ਕੌਣ ਹੈ, ਤੇ ਉਹਨਾਂ ਕਹਿਣਾ ਸਾਨੂੰ ਨਹੀਂ ਪਤਾ। ਇਹਨਾਂ ਵਿੱਚੋਂ ਮੁਸਲਮਾਨ ਕੌਣ ਹੈ, ਉਹਨਾਂ ਕਹਿਣਾ ਸਾਨੂੰ ਨਹੀਂ ਪਤਾ। ਇਹਨਾਂ ਵਿੱਚੋਂ ਈਸਾਈ ਕੌਣ ਹੈ, ਉਹਨਾਂ ਕਹਿਣਾ ਸਾਨੂੰ ਨਹੀਂ ਪਤਾ। ਇਹਨਾਂ ਵਿੱਚੋਂ ਬੋਧੀ ਜੈਨੀ ਕੌਣ ਨੇ, ਉਹਨਾਂ ਕਹਿਣਾ ਸਾਨੂੰ ਨਹੀਂ ਪਤਾ। ਇਹਨਾਂ ਵਿੱਚੋਂ ਯਹੂਦੀ ਕੌਣ ਹੈ, ਉਹਨਾਂ ਕਹਿਣਾ ਸਾਨੂੰ ਨਹੀਂ ਪਤਾ। ਪਰ ਕਿਸੇ ਨੂੰ ਪੁੱਛੋ ਗੁਰੂ ਗੋਬਿੰਦ ਸਿੰਘ ਦਾ ਪੁੱਤ ਕੌਣ ਹੈ, ਕਲਗੀਧਰ ਦਾ ਸਿੰਘ ਕੌਣ ਹੈ, ਤੇ ਉਹ ਉਸੇ ਵੇਲੇ ਕਹੇਗਾ ਭਾਈ ਉਹ ਜਿੰਨੇ ਸਿਰ ਦੇ ਉੱਤੇ ਪੱਗ ਬੰਨੀ ਹੋਈ ਏ, ਸਿਰ ਦੇ ਉੱਤੇ ਦਸਤਾਰ ਬੰਨੀ ਹੋਈ ਏ, ਉਹ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, ਗੁਰੂ ਗੋਬਿੰਦ ਸਿੰਘ ਦਾ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਿੰਘ ਹੈ। ਔਰ ਮਾਫ ਕਰਨਾ ਸਾਧ ਸੰਗਤ, ਜੋ ਸਤਕਾਰ ਦਾਸ ਵੇਖੋ ਜੀ, ਬੰਬੇ ਕਥਾ ਕਰਨ ਗਿਆ, ਉੜੀਸਾ ਕਥਾ ਕਰਨ ਗਿਆ, ਬਹੁਤ ਦੂਰ ਦਾ, ਆ ਪਿੱਛੇ 1 ਹਫ਼ਤੇ ਦਾ ਟੂਰ ਬੰਗਾਲ ਦਾ ਸੀ। ਆ ਭਾਈ ਸਾਹਿਬ ਬੈਠੇ ਨੇ, ਇਹ ਵੀ ਆਮ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਤੇ ਜਾਂਦੇ ਨੇ, ਪਰ ਮਾਫ ਕਰਨਾ, ਜੋ ਆ ਪਰਸਨੈਲਿਟੀ ਦਾ ਸਤਿਕਾਰ ਉਹ ਲੋਕ ਕਰਦੇ ਨੇ, ਤਰਲੇ ਕੱਢਦੇ ਨੇ, ਤਰਲੇ, ਬਾਬਾ ਜੀ ਅਸੀਂ ਤੁਹਾਡੇ ਨਾਲ ਫੋਟੋ ਖਿਚਾ ਸਕਦੇ ਆ, ਬਾਬਾ ਜੀ ਤੁਹਾਡਾ ਸਰੂਪ ਬੜਾ ਸੋਹਣਾ ਲੱਗਦਾ ਹੈ, ਬਾਬਾ ਜੀ ਆ ਜਿਹੜੀ ਤੁਸੀਂ ਸਿਰ ਤੇ ਦਸਤਾਰ ਬੰਨਦੇ ਹੋ ਨਾ, ਇਹ ਬੜੀ ਪਿਆਰੀ ਲੱਗਦੀ ਹੈ। ਤੇ ਮਾਫ ਕਰਨਾ, ਇਹ ਪਰਸਨੈਲਿਟੀ, ਇਹ ਲੁੱਕ, ਇਹ ਸਾਨੂੰ ਕਿੰਨੇ ਦਿੱਤੀ? ਇਹ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ, ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦਿੱਤੀ। ਵੇਖੋ ਜੀ, ਜੋਗੀ ਅੱਲਾ ਯਾਰ ਖਾਨ ਨੇ ਇੱਕ ਗੱਲ ਕਹੀ ਹੈ ਵੀ ਨਾ ਤੇ ਕੋਈ ਗੁਰੂ ਗੋਬਿੰਦ ਸਿੰਘ ਵਰਗਾ ਹੈਗਾ ਆ, ਤੇ ਨਾ ਕੋਈ ਗੁਰੂ ਗੋਬਿੰਦ ਸਿੰਘ ਵਰਗਾ ਰਹਿੰਦੀ ਦੁਨੀਆ ਤੱਕ ਆਉਣਾ ਆ, ਵੀ ਇੰਨੇ ਸੋਹਣੇ ਨੇ ਗੁਰੂ ਗੋਬਿੰਦ ਸਿੰਘ। ਤੇ ਮਾਫ ਕਰਨਾ, ਜਿੱਦਾਂ ਦਾ ਬਾਪੂ ਸਾਡਾ ਆਪ ਸੀ ਨਾ, ਉਦਾਂ ਦਾ ਹੀ ਬਾਪੂ ਸਾਡਾ ਸਾਨੂੰ ਬਣਾ ਕੇ ਗਿਆ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਉਦਾਂ ਦਾ ਹੀ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਰੂਪ ਦਿੱਤਾ ਹੈ। ਹੁਣ ਧਿਆਨ ਦੇਣਾ, ਬਾਬਾ ਦੀਪ ਸਿੰਘ ਸਾਹਿਬ ਕਹਿੰਦੇ ਵੀ ਕਲਗੀਧਰ ਦੇ ਦਰਸ਼ਨ ਕਰਨੇ ਨੇ, ਖੰਡੇ ਬਾਟੇ ਦਾ ਅੰਮ੍ਰਿਤ, ਖੰਡੇ ਬਾਟੇ ਦੀ ਪੌਲ ਲੈਣੀ ਹੈ। ਮਾਤਾ ਪਿਤਾ ਬੜੇ ਖੁਸ਼ ਨੇ ਵੀ ਅੱਜ ਸਾਡਾ ਲਾਲ, ਸਾਡਾ ਪੁੱਤ ਖੁਦ ਸਾਨੂੰ ਇਹ ਗੱਲ ਕਹਿ ਰਿਹਾ ਵੀ ਮੈਂ ਅੰਮ੍ਰਿਤ ਛਕਣਾ। ਵੇਖੋ ਜੀ, ਭਾਗਾਂ ਵਾਲੇ ਹੁੰਦੇ ਨੇ ਉਹ ਮਾਂ ਪਿਓ ਜਿਨ੍ਹਾਂ ਦੇ ਬੱਚੇ ਇਹ ਗੱਲ ਕਹਿੰਦੇ ਨੇ ਵੀ ਮੈਂ ਬਾਣੀ ਪੜ੍ਹਨੀ ਹੈ, ਮੈਂ ਅੰਮ੍ਰਿਤ ਛਕਣਾ ਹੈ, ਮੈਂ ਗੁਰਦੁਆਰੇ ਜਾਣਾ ਹੈ, ਮੈਂ ਸੇਵਾ ਕਰਨ ਜਾਣਾ ਹੈ। ਤੇ ਇੱਕ ਵਾਰੀ ਮਾਂ ਪਿਓ ਜਿਹੜਾ ਹੈ ਨਾ, ਮਾਂ ਪਿਓ, ਉਹਨਾਂ ਦਾ ਸੀਨਾ ਚੌੜਾ ਹੋ ਜਾਂਦਾ ਹੈ, ਉਹਨਾਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਵੀ ਸ਼ੁਕਰ ਹੈ ਰੱਬਾ ਤੇਰਾ। ਫਿਰ ਅੰਦਰੋਂ ਇੱਕ ਤਰਲਾ, ਇੱਕ ਅਰਦਾਸ ਨਿਕਲਦੀ ਹੈ ਕਿ ਸ਼ੁਕਰ ਹੈ ਰੱਬਾ ਤੂੰ ਸਾਨੂੰ ਏਦਾਂ ਦਾ ਪੁੱਤ ਦਿੱਤਾ ਹੈ, ਜਿਹੜਾ ਪੁੱਤ ਇਹ ਗੱਲ ਕਹਿੰਦਾ ਵੀ ਮੈਂ ਗੁਟਕਾ ਫੜ ਕੇ ਬਾਣੀ ਪੜ੍ਹਨੀ ਹੈ, ਜਿਹੜਾ ਪੁੱਤ ਇਹ ਗੱਲ ਕਹਿੰਦਾ ਮੈਂ ਅੰਮ੍ਰਿਤ ਛਕਣਾ ਹੈ, ਜਿਹੜਾ ਪੁੱਤ ਇਹ ਗੱਲ ਕਹਿੰਦਾ ਵੀ ਮੈਂ ਗੁਰੂ ਰਾਮਦਾਸ ਦੇ ਘਰ ਜਾ ਕੇ ਸੇਵਾ ਕਰਨੀ ਹੈ। ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ, ਮੈਂ ਸ਼ਹੀਦਾਂ ਜਾ ਕੇ ਉੱਥੇ ਦਰਸ਼ਨ ਕਰਕੇ ਆਉਣੇ ਨੇ। ਤੇ ਇੱਕ ਵਾਰੀ ਮਾਂ ਪਿਓ ਫੁੱਲਾ ਨਹੀਂ ਸਮਾਉਂਦਾ, ਮਾਂ ਪਿਓ ਕਿੰਨੇ ਖੁਸ਼ ਹੁੰਦੇ ਨੇ ਜਦੋਂ ਬੱਚੇ ਇਹ ਗੱਲ ਕਹਿੰਦੇ ਨੇ, ਮਾਤਾ ਪਿਤਾ ਬੜੇ ਖੁਸ਼ ਨੇ। ਤੇ ਸਾਧ ਸੰਗਤ, ਮਾਤਾ ਪਿਤਾ ਤੁਰ ਪਏ ਘਰੋਂ ਆਪਣੇ ਪੁੱਤ ਨੂੰ ਆਨੰਦਪੁਰ ਗੁਰ ਕਲਗੀਧਰ ਦੇ ਦਰਸ਼ਨ ਕਰਾਉਣ ਵਾਸਤੇ, ਖੰਡੇ ਬਾਟੇ ਦਾ ਅੰਮ੍ਰਿਤ, ਖੰਡੇ ਬਾਟੇ ਦੀ ਪੌਲ ਦਿਵਾਉਣ ਵਾਸਤੇ। ਹੁਣ ਧਿਆਨ ਦੇਣਾ ਜੀ, ਤੁਰਦਿਆਂ ਕਈ ਦਿਨ ਲੰਘ ਗਏ ਤੇ ਆਨੰਦਪੁਰ ਸਾਹਿਬ ਪਹੁੰਚੇ। ਮਾਤਾ ਜਿਉਣੀ ਭਾਈ ਭਗਤਾ ਤੇ ਬਾਬਾ ਦੀਪ ਸਿੰਘ ਸਾਹਿਬ, 7 ਜਾਣਿਓ ਸਾਧ ਸੰਗਤ, ਜਦੋਂ ਆਨੰਦਪੁਰ ਸਾਹਿਬ ਪਹੁੰਚੇ ਨਾ, ਆਨੰਦਪੁਰ ਸਾਹਿਬ, ਉਹ ਆਨੰਦਪੁਰ ਜਿਹੜੀ ਆਨੰਦਾਂ ਦੀ ਪੁਰੀ ਹੈ, ਆਨੰਦਾਂ ਦੀ ਪੁਰੀ। ਮੈਂ ਕਹਿੰਦਾ ਦਾਸ 4 ਸਾਲ ਆਨੰਦਪੁਰ ਰਿਹਾ, 4 ਸਾਲ ਆਪਣਾ ਘਰ ਛੱਡਿਆ ਤੇ 4 ਸਾਲ ਮੈਂ ਆਨੰਦਪੁਰ ਰਿਹਾ।
ਤੇ ਮੈਂ ਗੁਰੂ ਦੀ ਗੋਦ ਵਿੱਚ ਬਹਿ ਕੇ ਕਹਿੰਦਾ ਜੋ ਆਨੰਦ ਆਨੰਦਪੁਰ ਦੀ ਧਰਤੀ ਤੇ ਹੈ ਨਾ, ਉਹ ਆਨੰਦ ਹੋਰ ਕਿਤੇ ਵੀ ਨਹੀਂ, ਉਹ ਆਨੰਦ ਹੋਰ ਕਿਤੇ ਵੀ ਨਹੀਂ। ਤੇ ਜਦੋਂ ਆਨੰਦਪੁਰ ਦੇ ਦਰਸ਼ਨ ਕੀਤੇ ਨਾ, ਮਨ ਗਦ-ਗਦ ਹੋ ਗਿਆ, ਮਨ ਗਦ-ਗਦ ਹੋ ਗਿਆ। ਇੰਨਾ ਪਿਆਰਾ ਆਨੰਦਪੁਰ ਸਾਹਿਬ। ਵੇਖੋ ਜੀ, ਮੈਂ ਇੱਕ ਬੇਨਤੀ ਇੱਥੇ ਕਰਨੀ ਚਾਹਾਂਗਾ ਸਾਧ ਸੰਗਤ। ਰਾਜਾ ਦੀਪ ਚੰਦ, ਰਾਜਾ ਦੀਪ ਚੰਦ, ਦੀਪ ਚੰਦ ਦੀ ਪਤਨੀ ਹੈ ਰਾਣੀ ਚੰਪਾ। ਰਾਣੀ ਚੰਪਾ ਦੇ ਕੋਲੋਂ 2200 ਰੁਪਈਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਦੇ ਕੇ ਮਾਖੋਵਾਲ ਪਿੰਡ ਦੀ ਜ਼ਮੀਨ ਮੁੱਲ ਖਰੀਦੀ ਤੇ ਆਨੰਦਪੁਰ ਸਾਹਿਬ ਵਸਾਇਆ, ਆਨੰਦਪੁਰ ਸਾਹਿਬ ਵਸਾਇਆ। ਦੀਪ ਚੰਦ ਦੀ ਜਿਹੜੀ ਪਤਨੀ ਹੈ ਨਾ ਰਾਣੀ ਚੰਪਾ, ਉਹਨੂੰ 2200 ਰੁਪਈਆ ਪੂਰਾ ਮੁੱਲ ਦਿੱਤਾ। ਮੈਂ ਕਹਿੰਦਾ ਉਦੋਂ ਦਾ 2200 ਰੁਪਈਆ ਤੇ ਅੱਜ ਦਾ ਮੇਰੇ ਖਿਆਲ 2200 ਕਰੋੜ ਹੋਣਾ, ਕਿਉਂਕਿ ਕਿੰਨਾ ਫਰਕ ਪੈ ਗਿਆ। 2200 ਰੁਪਈਆ ਰਾਣੀ ਚੰਪਾ ਨੂੰ ਦੇ ਕੇ ਮਾਖੋਵਾਲ ਪਿੰਡ ਦੀ ਜ਼ਮੀਨ ਮੁੱਲ ਖਰੀਦ ਕੇ ਗੁਰੂ ਤੇਗ ਆਨੰਦਪੁਰ ਸਾਹਿਬ ਵਸਾਇਆ। ਤੇ ਮਹਾਰਾਜ ਨੇ ਆਨੰਦਪੁਰ ਦਾ ਪਹਿਲਾ ਨਾਮ ਪਤਾ ਕੀ ਰੱਖਿਆ ਸੀ? ਚੱਕ ਨਾਨਕੀ। ਗੁਰੂ ਤੇਗ ਬਹਾਦਰ ਮਹਾਰਾਜ ਦੇ ਮਾਤਾ ਨੇ, ਮਾਤਾ ਨਾਨਕੀ ਜੀ, ਆਪਣੇ ਮਾਤਾ ਦੇ ਨਾਂ ਤੋਂ ਆਨੰਦਪੁਰ ਦਾ ਨਾਂ ਰੱਖਿਆ ਚੱਕ ਨਾਨਕੀ। ਆਨੰਦਪੁਰ ਸਾਹਿਬ ਦਾ ਪਹਿਲਾ ਨਾਂ ਸੀ ਚੱਕ ਨਾਨਕੀ। ਹੁਣ ਧਿਆਨ ਦੇਣਾ ਸਾਧ ਸੰਗਤ, ਆਨੰਦਪੁਰ ਸਾਹਿਬ ਦਾ ਨਾਂ ਆਨੰਦਪੁਰ ਕਿੱਦਾਂ ਪਿਆ? ਪਹਿਲਾ ਨਾਂ ਮਹਾਰਾਜ ਨੇ ਰੱਖਿਆ ਚੱਕ ਨਾਨਕੀ। 2200 ਰੁਪਏ ਦੇ ਵਿੱਚ ਮਾਖੋਵਾਲ ਪਿੰਡ ਦੀ ਜ਼ਮੀਨ ਮੁੱਲ ਖਰੀਦ ਕੇ ਮਹਾਰਾਜ ਨੇ ਇਹ ਨਗਰ ਵਸਾਇਆ। ਸਾਧ ਸੰਗਤ, ਗੁਰ ਕਲਗੀਧਰ ਦਾ ਜਨਮ ਪਟਨੇ ਦੀ ਧਰਤੀ ਤੇ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਪਟਨੇ ਦੀ ਧਰਤੀ ਤੇ ਹੋਇਆ। 5 ਸਾਲ ਮਹਾਰਾਜ ਉੱਥੇ ਰਹੇ। ਗੁਰੂ ਤੇਗ ਬਹਾਦਰ ਮਹਾਰਾਜ ਲਾਲ ਦੇ ਦਰਸ਼ਨ ਕਰਕੇ ਆਨੰਦਪੁਰ ਆ ਗਏ ਤੇ ਇੱਥੋਂ ਚਿੱਠੀ ਭੇਜੀ, ਚੱਕ ਨਾਨਕੀ ਨਾਂ ਹੈ, ਇੱਥੋਂ ਚਿੱਠੀ ਭੇਜੀ ਮਾਤਾ ਗੁਜਰ ਕੌਰ ਜੀ ਨੂੰ, ਮਾਮਾ ਕਿਰਪਾਲ ਚੰਦ ਜੀ ਨੂੰ, ਵੀ ਹੁਣ ਤੁਸੀਂ ਵੀ ਆਨੰਦਪੁਰ ਆ ਜਾਓ, ਹੁਣ ਤੁਸੀਂ ਵੀ ਆਨੰਦਪੁਰ ਆ ਜਾਓ। ਹੁਣ ਸਾਧ ਸੰਗਤ ਧਿਆਨ ਦੇਣਾ, ਜਦੋਂ ਮਾਤਾ ਗੁਜਰ ਕੌਰ ਜੀ, ਮਾਮਾ ਕਿਰਪਾਲ ਚੰਦ ਜੀ ਤੇ ਹੋਰ ਸਿੰਘ ਜਦੋਂ ਪਹੁੰਚੇ ਨਾ ਇੱਥੇ ਚੱਕ ਨਾਨਕੀ, ਜਿਹਨੂੰ ਅੱਜ ਆਪਾਂ ਆਨੰਦਪੁਰ ਕਹਿੰਦੇ ਆ, ਜਦੋਂ ਇੱਥੇ ਚੱਕ ਨਾਨਕੀ ਪਹੁੰਚੇ ਨੇ ਤੇ ਸਾਧ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਪਤਾ ਕੀ ਕਹਿੰਦੇ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿ ਪੁੱਤਰ ਜੀ, ਅੱਜ ਤੁਹਾਡੀ ਰਸਨਾ ਤੋਂ ਆਨੰਦ ਸਾਹਿਬ ਦਾ ਪਾਠ ਅਸੀਂ ਸੁਣਨਾ ਹੈ, ਤੁਹਾਡੀ ਰਸਨਾ ਤੋਂ ਆਨੰਦ ਸਾਹਿਬ ਦਾ ਪਾਠ ਅਸੀਂ ਸੁਣਨਾ ਹੈ। ਮਾਫ ਕਰਨਾ ਜੀ, 9 ਸਾਲ ਦੀ ਉਮਰ ਦੇ ਵਿੱਚ ਨਾ, 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਮੂੰਹ ਜ਼ਬਾਨੀ ਯਾਦ ਹੋ ਗਿਆ ਸੀ। 9 ਸਾਲ ਦੀ ਉਮਰ ਦੇ ਵਿੱਚ, 9 ਸਾਲ ਦੀ ਉਮਰ ਦੇ ਵਿੱਚ ਗੁਰ ਕਲਗੀਧਰ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਮੂੰਹ ਜ਼ਬਾਨੀ ਯਾਦ ਹੋ ਗਿਆ ਸੀ। ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਨਾ ਵੀ ਲਾਲ ਜੀ, ਪੁੱਤਰ ਜੀ, ਅੱਜ ਤੁਹਾਡੀ ਰਸਨਾ ਤੋਂ ਆਨੰਦ ਸਾਹਿਬ ਦਾ ਪਾਠ ਅਸੀਂ ਸਰਵਣ ਕਰਨਾ ਹੈ, ਤੇ ਇਤਿਹਾਸ ਕਹਿੰਦਾ ਇੰਨੇ ਪਿਆਰ ਦੇ ਨਾਲ, ਇੰਨੀ ਸ਼ਰਧਾ ਦੇ ਨਾਲ, ਇੰਨੀ ਭਾਵਨਾ ਦੇ ਨਾਲ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਨੰਦ ਸਾਹਿਬ ਦਾ ਪਾਠ ਕੀਤਾ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਨੰਦ ਸਾਹਿਬ ਦਾ ਪਾਠ ਸੁਣਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ, ਲਾਲ ਜੀ, ਅੱਜ ਤੁਹਾਡੀ ਰਸਨਾ ਤੋਂ ਆਨੰਦ ਸਾਹਿਬ ਦਾ ਪਾਠ, ਆਨੰਦ ਸਾਹਿਬ ਦੀ ਬਾਣੀ ਸੁਣ ਕੇ ਏਦਾਂ ਲੱਗ ਰਿਹਾ ਜਿੱਦਾਂ ਚਾਰੇ ਪਾਸੇ ਆਨੰਦ ਹੀ ਆਨੰਦ ਵਰਸ ਰਿਹਾ ਹੋਵੇ, ਜਿੱਦਾਂ ਚਾਰੇ ਪਾਸੇ ਆਨੰਦ ਹੀ ਆਨੰਦ ਵਰਸ ਰਿਹਾ ਹੋਵੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਸ ਦਿਨ ਕਿਹਾ, ਲਾਲ ਜੀ, ਅੱਜ ਤੋਂ ਇਸ ਨਗਰ ਦਾ ਨਾਂ ਚੱਕ ਨਾਨਕੀ ਨਹੀਂ ਬਲਕਿ ਆਨੰਦਪੁਰ ਸਾਹਿਬ ਹੋਵੇਗਾ, ਆਨੰਦਪੁਰ ਸਾਹਿਬ ਹੋਵੇਗਾ। ਤੇ ਸਾਧ ਸੰਗਤ, ਉਹ ਆਨੰਦਪੁਰ ਜਿਹੜਾ ਏਡਾ ਪਿਆਰਾ, ਜਦੋਂ ਬਾਬਾ ਦੀਪ ਸਿੰਘ ਸਾਹਿਬ ਪਹੁੰਚੇ ਆਨੰਦਪੁਰ ਨੂੰ ਵੇਖ ਕੇ, ਉਥੋਂ ਦੀਆਂ ਰੌਣਕਾਂ ਵੇਖ ਕੇ ਮਨ ਗਦ-ਗਦ ਹੋ ਗਿਆ। ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ। ਸੱਚ ਜਾਣਿਓ ਜੀ, ਜਦੋਂ ਗੁਰੂ ਕਲਗੀਧਰ ਦੇ ਦਰਸ਼ਨ ਕੀਤੇ ਨਾ ਤੇ ਮਨ ਦੇ ਅੰਦਰ ਬਾਬਾ ਦੀਪ ਸਿੰਘ ਜੀ ਸੋਚਦੇ ਨੇ, ਇੰਨੇ ਪਿਆਰੇ, ਇੰਨੇ ਮਹਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿ ਮਨ ਦੇ ਅੰਦਰ ਸੋਚਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ, ਹੁਣ ਤੁਹਾਨੂੰ ਛੱਡ ਕੇ ਨਹੀਂ ਜਾਣਾ ਮਹਾਰਾਜ, ਸਾਰੀ ਜ਼ਿੰਦਗੀ ਤੁਹਾਡੇ ਕੋਲ ਹੀ ਰਹਿਣਾ ਹੈ, ਸਾਰੀ ਜ਼ਿੰਦਗੀ ਤੁਹਾਡੇ ਕੋਲ ਹੀ ਰਹਿਣਾ ਹੈ। ਕੇਵਲ ਮੈਂ 2-4 ਮਿੰਟ ਦੇ ਵਿੱਚ ਫਤਿਹ ਬੁਲਾ ਦੇਣੀ ਹੈ ਕਿਉਂਕਿ ਸਮਾਂ ਹੋ ਗਿਆ। 1-2 ਬੇਨਤੀਆਂ ਮੈਂ ਕਰਨੀਆਂ ਚਾਹਾਂਗਾ। ਵੇਖੋ ਜੀ, ਬਾਬਾ ਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਤੇ ਮਨ ਬਣਾ ਲਿਆ, ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਰਹਿਣਾ, ਮੈਂ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਨਹੀਂ ਜਾਣਾ, ਮੈਂ ਗੁਰ ਕਲਗੀਧਰ ਨੂੰ ਛੱਡ ਕੇ ਨਹੀਂ ਜਾਣਾ, ਕਿਉਂਕਿ ਸਾਡਾ ਬਾਪੂ ਹੈ ਹੀ ਇੰਨਾ ਪਿਆਰਾ। ਮੈਂ ਕਹਿੰਦਾ ਜਿੰਨੇ ਵੀ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਪੜਿਆ ਉਹਨੇ ਰੱਜ ਕੇ ਸਿਫਤਾਂ ਕੀਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ।
ਹੁਣ ਸਾਧ ਸੰਗਤ ਧਿਆਨ ਦੇਣਾ, ਦੇ ਮਾਲਕ ਸੀ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ। ਜਿਹੜਾ ਵੀ ਇੱਕ ਵਾਰ ਗੁਰੂ ਗੋਬਿੰਦ ਸਿੰਘ ਲੈਂਦਾ ਸੀ ਨਾ, ਉਹ ਬਸ ਫਿਰ ਗੁਰੂ ਗੋਬਿੰਦ ਸਿੰਘ ਦਾ ਹੀ ਹੋ ਜਾਂਦਾ ਸੀ, ਉਹ ਗੁਰੂ ਕਲਗੀਧਰ ਦੇ ਚਰਨਾਂ ਦਾ ਹੀ ਭੋਰਾ ਬਣ ਜਾਂਦਾ ਸੀ। ਇੱਕ ਬੇਨਤੀ ਮੈਂ ਇੱਥੇ ਕਰਾਂਗਾ ਵੀ ਕੈਸੀ ਚੁੰਬਕੀ ਸ਼ਖਸੀਅਤ ਸੀ, ਜਿੱਦਾਂ ਚੁੰਬਕ ਆਪਣੇ ਵੱਲ ਖਿੱਚਦੀ ਹੈ ਨਾ ਲੋਹੇ ਨੂੰ, ਇਹਦਾ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖ ਲੈਂਦਾ ਸੀ ਉਹ ਖਿੱਚਿਆ ਹੀ ਜਾਂਦਾ ਸੀ, ਉਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਭੋਰਾ ਬਣ ਜਾਂਦਾ ਸੀ। ਵੈਸੇ ਘਟਨਾਵਾਂ ਬਹੁਤ ਨੇ, ਪਰ ਮੈਂ ਇੱਕ ਛੋਟੀ ਜੀ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਸਾਧ ਸੰਗਤ, ਜਦੋਂ ਮੇਦਨੀ ਪ੍ਰਕਾਸ਼ ਦੇ ਕਹਿਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਹਨ ਰਿਆਸਤ ਦੇ ਵਿੱਚ ਗਏ, ਪੌਂਡਾ ਸਾਹਿਬ ਨਗਰ ਵਸਾਇਆ। ਕਹਿੰਦੇ ਨੇ ਇਧਰੋਂ ਪੀਰ ਬੁੱਧੂ ਸ਼ਾਹ ਜਿਹੜਾ ਸਢੌਰੇ ਦਾ ਰਹਿਣ ਵਾਲਾ, ਬਹੁਤਾ ਫਰਕ ਨਹੀਂ, 40-50 ਕਿਲੋਮੀਟਰ ਦਾ ਫਰਕ ਹੈ। ਸਢੌਰੇ ਦੇ ਰਹਿਣ ਵਾਲੇ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ੋਭਾ ਸੁਣੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਸੁਣੀ, ਤੇ ਮਨ ਦੇ ਅੰਦਰ ਇੱਕ ਵਿਚਾਰ ਆਇਆ ਕਿ ਮੈਂ ਪੌਂਡਾ ਸਾਹਿਬ ਜਾਵਾਂਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਾਂਗਾ। ਪੌਂਡਾ ਸਾਹਿਬ ਜਾਵਾਂਗਾ, ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾਂਗਾ। ਵੇਖੋ ਜੀ, ਇੱਕ ਬੇਨਤੀ ਕਰਨੀ ਚਾਹੁੰਦਾ, ਪੀਰ ਬੁੱਧੂ ਸ਼ਾਹ ਦਾ ਇਸਲਾਮਿਕ ਜਗਤ ਦੇ ਵਿੱਚ ਬੜਾ ਸਤਿਕਾਰ ਹੈ। ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਫਾਤਿਮਾ ਦੇ ਖਾਨਦਾਨ ਵਿੱਚੋਂ ਹੈ ਪੀਰ ਬੁੱਧੂ ਸ਼ਾਹ। ਇਹ ਪੀਰ ਬੁੱਧੂ ਸ਼ਾਹ ਜੇ ਔਰੰਗਜ਼ੇਬ ਦੇ ਦਰਬਾਰ ਵਿੱਚ ਵੀ ਜਾਂਦਾ ਹੈ ਤੇ ਉਹ ਵੀ ਉਹਨੂੰ ਝੁਕ ਕੇ ਨਮਸਕਾਰ ਕਰਦਾ ਹੈ। ਇੰਨਾ ਸਤਿਕਾਰ ਹੈ ਪੀਰ ਬੁੱਧੂ ਸ਼ਾਹ ਦਾ। ਹੁਣ ਸਾਧ ਸੰਗਤ ਧਿਆਨ ਦੇਣਾ, ਪੀਰ ਬੁੱਧੂ ਸ਼ਾਹ ਤੁਰ ਪਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ, ਤੇ ਮਨ ਦੇ ਵਿੱਚ ਪਤਾ ਕੀ ਸੋਚਦਾ? ਮਨ ਦੇ ਵਿੱਚ ਸੋਚਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਪੁੱਤਰ ਦੀ ਉਮਰ ਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਮੇਰੇ ਪੁੱਤਰ ਦੀ ਉਮਰ ਦੇ ਨੇ, ਮੈਂ ਮਹਾਰਾਜ ਦੇ ਕੋਲ ਜਾਵਾਂਗਾ, ਉਹਨਾਂ ਨਾਲ ਵਿਚਾਰਾਂ ਕਰਾਂਗਾ, ਰੱਬ ਦੇ ਘਰ ਦੀਆਂ ਪ੍ਰਮਾਤਮਾ ਬਾਰੇ ਗੱਲਾਂ ਤੇ ਕਰਾਂਗਾ, ਪਰ ਮੈਂ ਗੁਰੂ ਗੋਬਿੰਦ ਸਿੰਘ ਅੱਗੇ ਆਪਣਾ ਸਿਰ ਨਹੀਂ ਝੁਕਾਉਣਾ, ਆਪਣਾ ਸੀਸ ਨਹੀਂ ਝੁਕਾਉਣਾ। ਕਿਉਂ? ਕਿਉਂਕਿ ਇਸਲਾਮਿਕ ਜਗਤ ਦੇ ਵਿੱਚ ਮੇਰਾ ਬੜਾ ਸਤਿਕਾਰ ਹੈ, ਮੇਰੇ ਨਾਲ ਮੇਰੇ ਮੁਰੀਦ ਵੀ ਚੱਲੇ ਨੇ, ਮੇਰੇ ਚੇਲੇ ਵੀ ਚੱਲੇ ਨੇ, ਤੇ ਵੈਸੇ ਵੀ ਲੋਕ ਜਿਹੜੇ ਮੈਨੂੰ ਪੂਜਦੇ ਨੇ। ਮੈਂ ਗੁਰੂ ਗੋਬਿੰਦ ਸਿੰਘ ਦੇ ਕੋਲ ਜਾਵਾਂਗਾ ਤਾਂ ਜਾਵਾਂਗਾ, ਮਹਾਰਾਜ ਦੀ ਸ਼ੋਭਾ ਸੁਣੀ ਹੈ ਕਿ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਬੜੇ ਪਿਆਰੇ ਨੇ, ਬੜਾ ਉਹਨਾਂ ਨੂੰ ਰੂਹਾਨੀਅਤ ਦਾ ਗਿਆਨ ਹੈ, ਬੜੀ ਪ੍ਰਮਾਤਮਾ ਦੀ ਪਰਮੇਸ਼ਰ ਦੀ ਕਿਰਪਾ ਹੈ, ਮੇਰੇ ਪੁੱਤਰ ਦੀ ਉਮਰ ਦੇ ਨੇ, ਮੈਂ ਰੱਬ ਦੀਆਂ ਗੱਲਾਂ ਤੇ ਕਰਾਂਗਾ, ਪਰ ਮੈਂ ਗੁਰੂ ਗੋਬਿੰਦ ਸਿੰਘ ਅੱਗੇ ਆਪਣਾ ਸੀਸ ਨਹੀਂ ਝੁਕਾਉਣਾ। ਹੁਣ ਸੱਚ ਜਾਣਿਓ ਸਾਧ ਸੰਗਤ, ਜਿਹੜਾ ਪੀਰ ਬੁੱਧੂ ਸ਼ਾਹ ਮਨ ਦੇ ਅੰਦਰ ਸੋਚਦਾ ਏ, ਇਹੋ ਹੀ ਵਿਚਾਰ ਮਨ ਦੇ ਵਿੱਚ ਚੱਲੀ ਹੈ ਜੀ। ਜਿਉਂ ਸਢੌਰੇ ਤੋਂ ਤੁਰਿਆ ਹੈ ਨਾ ਪੌਂਡਾ ਸਾਹਿਬ ਵੱਲ ਨੂੰ, ਇਹੋ ਹੀ ਵਿਚਾਰ ਆ ਰਹੀ ਹੈ, ਮੇਰੇ ਪੁੱਤਰ ਦੀ ਉਮਰ ਦਾ, ਮੈਂ ਰੱਬ ਦੀਆਂ ਗੱਲਾਂ ਤੇ ਕਰਾਂਗਾ, ਪਰ ਮੈਂ ਗੁਰੂ ਗੋਬਿੰਦ ਸਿੰਘ ਅੱਗੇ ਆਪਣਾ ਸਿਰ ਨਹੀਂ ਝੁਕਾਉਣਾ। ਸੱਚ ਜਾਣਿਓ ਸਾਧ ਸੰਗਤ, ਜਦੋਂ ਪੌਂਡਾ ਸਾਹਿਬ ਦੀ ਧਰਤੀ ਤੇ ਪਹੁੰਚਿਆ ਨਾ ਪੀਰ ਬੁੱਧੂ ਸ਼ਾਹ, ਪੌਂਡਾ ਸਾਹਿਬ ਦੀ ਧਰਤੀ ਤੇ ਏਦਾਂ ਦੀਵਾਨ ਸਜਿਆ ਹੋਇਆ ਜਿੱਦਾਂ ਗੁਰੂ ਗ੍ਰੰਥ ਸਾਹਿਬ ਤਖਤ ਤੇ ਸੁਭਾਏਮਾਨ ਨੇ ਨਾ, ਏਦਾਂ ਹੀ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਤਖਤ ਤੇ ਬੈਠੇ ਹੋਏ ਨੇ। ਕਹਿੰਦੇ ਮਹਾਰਾਜ ਨੇ ਸੋਹਣੀ ਦਸਤਾਰ ਸਜਾਈ ਹੋਈ ਏ, ਉੱਤੇ ਨਗਾਂ ਵਾਲੀ ਕਲਗੀ ਲੱਗੀ ਹੋਈ ਏ, ਮੋਢੇ ਤੇ ਤੀਰਾਂ ਵਾਲਾ ਭੱਤਾ ਹੈ, ਇੱਕ ਪਾਸੇ ਮੋਢੇ ਤੇ ਮਹਾਰਾਜ ਦੇ ਬਾਜ ਬੈਠਾ ਹੋਇਆ ਹੈ, ਸੋਹਣਾ ਬਾਣਾ ਪਾਇਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਬੜੇ ਹੀ ਪਿਆਰੇ, ਬੜੇ ਹੀ ਸੋਹਣੇ ਲੱਗ ਰਹੇ ਨੇ, ਤੇ ਗੁਰ ਕਲਗੀਧਰ ਦੇ ਚਿਹਰੇ ਤੋਂ ਲਾਲੀਆਂ ਡਲਕ ਲਈਆਂ ਨੇ, ਰੂਹਾਨੀਅਤ ਦਾ ਭਰਿਆ ਚਿਹਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਸੱਚ ਜਾਣਿਓ ਸਾਧ ਸੰਗਤ, ਜਿਹੜਾ ਪੀਰ ਬੁੱਧੂ ਸ਼ਾਹ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਮੇਰੇ ਪੁੱਤਰ ਦੀ ਉਮਰ ਦਾ, ਮੈਂ ਸਿਰ ਨਹੀਂ ਝੁਕਾਉਣਾ, ਜਦੋਂ ਪੰਡਾਲ ਦੇ ਵਿੱਚ ਆਇਆ, ਦੀਵਾਨ ਦੇ ਵਿੱਚ ਆਇਆ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤਖਤ ਦੇ ਉੱਤੇ ਬੈਠਿਆ ਵੇਖਿਆ, ਕਹਿੰਦੇ ਪੀਰ ਬੁੱਧੂ ਸ਼ਾਹ ਕੋਲੋਂ ਰਿਹਾ ਨਹੀਂ ਗਿਆ, ਦੋਵੇਂ ਹੱਥ ਜੋੜ ਕੇ ਪੀਰ ਬੁੱਧੂ ਸ਼ਾਹ ਨੇ ਆਪਣਾ ਸਿਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਉੱਤੇ ਰੱਖ ਦਿੱਤਾ। ਤੇ ਸਾਧ ਸੰਗਤ, ਜਦੋਂ ਚਰਨਾਂ ਤੇ ਸਿਰ ਰੱਖਿਆ ਨਾ, ਚਰਨਾਂ ਤੇ ਸਿਰ, ਇੱਕ ਵੱਖਰਾ ਆਨੰਦ, ਇੱਕ ਵੱਖਰਾ ਸਹਿਜ, ਇੱਕ ਵੱਖਰਾ ਸਕੂਨ ਮਿਲਿਆ ਪੀਰ ਬੁੱਧੂ ਸ਼ਾਹ ਨੂੰ। ਤੇ ਜਦੋਂ ਸਿਰ ਚੁੱਕਿਆ, ਇੱਕੋ ਹੀ ਗੱਲ ਮੂੰਹ ਦੇ ਵਿੱਚੋਂ ਨਿਕਲੀ, महाराज रूह और परमात्मा का मेल कैसे, रूह और परमात्मा का मेल कैसे, ते गुर कलगीधर कहंदे ने दिन और रात का जैसे, दिन और रात का जैसे। ते पीर बुद्धू शाह हैरान हो गया कि महाराज ये किदां दी गल है, दिन ते रात दा ते मिलाप ही नहीं हुंदा, जे दिन है ते रात नहीं, जे रात है ते दिन नहीं। गुर कलगीधर पातशाह कहंदे पीर बुद्धू शाह ਜਦੋਂ ਤੂੰ ਆ ਰਿਹਾ ਸੀ ਨਾ, ਤੇਰੇ ਮਨ ਦੇ ਵਿੱਚ ਬੜੀਆਂ ਵਿਚਾਰਾਂ ਚੱਲ ਰਹੀਆਂ ਸੀ ਵੀ ਮੇਰਾ ਸਤਿਕਾਰ ਹੈ। ਪੀਰ ਬੁੱਧੂ ਸ਼ਾਹ ਜੇ ਤੇਰਾ ਸਤਿਕਾਰ ਹੈ ਤੇ ਸਤਿਕਾਰ ਮੇਰਾ ਵੀ ਬੜਾ ਹੈ। ਜੇ ਤੇਰੇ ਕੋਲ ਮਰੀਦ ਨੇ ਤੇ ਮੇਰੇ ਕੋਲ ਵੀ ਫੌਜਾਂ ਨੇ, ਇੱਧਰ ਵੀ ਕੋਈ ਘਾਟ ਨਹੀਂ।
महाराज ने क्या पीर बुद्धू शाह जे रब नू पाउणा है परमात्मा नू पाउणा है हर के खिदमत करत ओ मखदूम शुद्ध हर के शुद्ध रादीत ओ महरूम शुद्ध पीर बुद्धू शाह रब ओनू मिलदा है जेदे अंदर हंकार नहीं जेदे अंदर हौमे नहीं जिन्ने मैं मेरी नू खत्म कर दिता जेड़ा निमरता दे विच रहिंदा है ते सच जाणियो जेदे अंदर हंकार है जेदे अंदर हौमे है जेदे अंदर मैं मेरी है ओ भावें सारी जिंदगी धर्म दा बाणा पा के रखे भावें सारी जिंदगी गुरुद्वारे बाणी पढ़दा रहे भावें सारी जिंदगी गुरुद्वारे आके झाड़ू फेरदा रहे ओनू कख नहीं मिलदा ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹਨੂੰ ਕਦੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਉਹਨੂੰ ਕਦੀ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਆ ਤੇ ਭਗਤ ਰਵਿਦਾਸ ਜੀ ਦੇ ਬਚਨ ਆਉਂਦੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ ਰੱਬਾ ਜਦੋਂ ਹੰਕਾਰ ਸੀ ਉਦੋਂ ਤੂੰ ਨਹੀਂ ਸੀ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਰੱਬਾ ਹੁਣ ਤੂੰ ਹੈ ਤੇ ਹੁਣ ਹੰਕਾਰ खत्म हो गया कबीर मेरा मुझ में किश नहीं जो किश है सो तेरा तेरा तुझको सौंपते क्या लाग्या मेरा गुर कलगीधर दी शख्सियत दा एक वखरा विषय होर बहुत इतिहास भरिया पिया है पर सच जानियो जेड़ा पीर बुद्धू शाह कहंदा मैं सिर नहीं झुकाउणा मेरे गुरु दी पर्सनैलिटी इदां दी है मेरे गुरु दी लुक इदां दी है मेरे गुरु दे चेहरे ते ओ रूहानियत भरी बंदगी झलक रही है ते पीर बुद्धू शाह कोल रिहा नहीं गया उन्हें अपना सिर गुरु गोबिंद सिंह महाराज दे चरनां दे विच झुका दिता बाबा दीप सिंह साहब कहंदे सारी जिंदगी गुरु गोबिंद सिंह दे चरनां दे विच रहना है खंडे बाटे दा अमृत छकिया ते माफ करना इतिहास कहंदा है आप पंजा प्यारियां च शामिल होके गुर कलगीधर ने खंडे बाटे दा अमृत छकाया खंडे बाटे दा वेखो जी ਅੱਜ ਪਤਾ ਕੀ ਕਹਿੰਦੇ ਕੋਈ ਕਹਿੰਦੇ ਜੀ ਮੈਂ ਫਲਾਣੇ ਥਾਂ ਤੋਂ ਅੰਮ੍ਰਿਤ ਛਕਿਆ ਮੈਂ ਫਲਾਣੇ ਥਾਂ ਤੋਂ ਅੰਮ੍ਰਿਤ ਛਕਿਆ ਨਾਨਕ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਾਹੀਂ ਅੰਮ੍ਰਿਤ ਉਹੋ ਹੀ ਆ ਜਿਹੜੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਦਿੰਦੇ ਜਿਹੜੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਦਿੰਦੇ ਬਹੁਤ ਪਖੰਡੀ ਆਪਣੇ ਆਪਣੇ ਅੰਮ੍ਰਿਤ ਤਿਆਰ ਕਰਕੇ ਬੈਠੇ ਨੇ ਉਹ ਅੰਮ੍ਰਿਤ ਨਹੀਂ ਅੰਮ੍ਰਿਤ ਉਹ ਹੀ ਆ ਜਿਹੜੇ ਤਿਆਰ ਬਰ ਤਿਆਰ ਪੰਜ ਪਿਆਰੇ ਜਿਨ੍ਹਾਂ ਨੂੰ ਪੰਜ ਪੰਜ ਬਾਣੀਆਂ ਯਾਦ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਤਿਗੁਰੂ ਦੀ ਹਾਜ਼ਰੀ ਦੇ ਵਿੱਚ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਖੰਡੇ ਬਾਟੇ ਦੀ ਪੌਲ ਦਿੰਦੇ ਨੇ ਬਾਬਾ ਦੀਪ ਸਿੰਘ ਸਾਹਿਬ ਨੇ ਖੰਡੇ ਬਾਟੇ ਦਾ ਅੰਮ੍ਰਿਤ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਮਾਤਾ ਪਿਤਾ ਕਹਿੰਦੇ ਲਾਲ ਜੀ ਚੱਲੀਏ ਤੇ ਬਾਬਾ ਦੀਪ ਸਿੰਘ ਸਾਹਿਬ ਕਹਿੰਦੇ ਮਰ ਜਾਵਾਂਗਾ ਤੋਂ ਬਿਨਾ ਨਹੀਂ ਰਹਿ ਸਕਦਾ ਗੁਰੂ ਗੋਬਿੰਦ ਸਿੰਘ ਬੱਚੇ ਮਾਂ ਪਿਓ ਤੋਂ ਬਿਨਾ ਨਹੀਂ ਰਹਿ ਸਕਦੇ ਤੇ ਬਾਬਾ ਦੀਪ ਸਿੰਘ ਸਾਹਿਬ ਕਹਿੰਦੇ ਮਾਤਾ ਜੀ ਪਿਤਾ ਜੀ ਤੁਹਾਡੇ ਬਿਨਾ ਤੇ ਹੁਣ ਮੈਂ ਰਹਿ ਸਕਦਾ ਆ ਪਰ ਮੈਂ ਗੁਰੂ ਗੋਬਿੰਦ ਸਿੰਘ ਤੋਂ ਬਿਨਾ ਨਹੀਂ ਰਹਿ ਸਕਦਾ मैं गुर कलगीधर पातशाह तो बिना नहीं रह सकता ते जाके क्या गुरु गोबिंद सिंह महाराज नू कि सतगुरु जी मैं तुहाडे कोल रहना आ मैं तुहाडे चरनां दे विच रहना है महाराज मैं तुहानू छड्ड के नहीं जाना मैं मर जावांगा सतगुरु जी मैं मर जावांगा मैं तुहानू छड्ड के नहीं जाना ते गुरु गोबिंद सिंह महाराज माता जिउणी ते भाई भगता जी नू कहिंदे ने कि कुछ समा बाबा दीप सिंह साहब नू साडे कोल रहण दो ते साध संगत माता पिता ने गुर कलगीधर पातशाह महाराज दी गल मन्नी ते इत्थे गुरु गोबिंद सिंह महाराज दे कोल रह के जिथे बाबा दीप सिंह साहब जी ने शस्त्र विद्या प्राप्त की उथे बाबा दीप सिंह जी ने शास्त्र विद्या भी प्राप्त की गुरबाणी दा ज्ञान लिया व्याकरण दा ज्ञान लिया उथे बाबा दीप सिंह साहब ने इत्थे ही कृपान चलाउणी सीखी नेजा चलाउणा सीखिया सवारी सीखी ए ਤਿਆਰ ਬਰ ਤਿਆਰ ਹਰ ਪੱਖ ਤੋਂ ਨਿਪੁੰਨ ਹੋ ਗਏ ਬਾਬਾ ਦੀਪ ਸਿੰਘ ਸਾਹਿਬ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਰਹਿ ਕੇ ਸਾਧ ਸੰਗਤ ਇਧਰ ਫਿਰ ਮਾਤਾ ਪਿਤਾ ਜੀ ਗਏ ਬੇਨਤੀ ਕੀਤੀ ਵਾਪਸ ਆਪਣੇ ਪਿੰਡ ਲੈ ਤੇ ਜਾਣ ਤੋਂ ਪਹਿਲਾਂ ਗੁਰ ਕਲਗੀਧਰ ਕਹਿੰਦੇ ਨੇ ਲਾਲ ਜੀ ਤੁਹਾਡੇ ਕੋਲ ਬੜੀ ਵੱਡੀ ਸੇਵਾ ਲੈਣੀ ਹੈ ਉਹ ਸੇਵਾ ਉਹ ਕੁਰਬਾਨੀ ਜਿਹਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ ਤੇ ਆਪਾਂ ਸਾਰੇ ਜਾਣਦੇ ਆ ਬਾਬਾ ਦੀਪ ਸਿੰਘ ਸਾਹਿਬ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ बेदबी का बदला लिया साध संगत गल्लां ते बहुत ने पर समा जेड़ा है वो बहुत हो गया संगतां जेड़ियां ने काफी समय तो बैठियां ने वेखो जी मैं एक दो बेनतियां करके ते फतेह बुलाउण लगा सिर्फ एक अद्धे मिनट दे विच मैं फतेह बुला देनी वेखो असी हरी सिंह नलूए दे वारस हां असी बाबा दीप सिंह साहब दे वारस हां असी बाबा जीवन सिंह भाई जैते दे वारस हां असी शाम सिंह अटारी जस्सा सिंह आलूवालीए दे वारस हां माफ करना जी साडे हथ बीड़ियां चंगियां नहीं लगदियां साडे हत्थां दे विच शराब दियां बोतलां चंगियां नहीं लगदियां
ਅਸੀਂ ਸਮੈਕਾਂ ਦੇ ਸੂਟੇ ਖਿੱਚਦੇ ਚੰਗੇ ਨਹੀਂ ਲੱਗਦੇ। ਮੇਰੀ ਨਸ਼ਾ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਭਾਈ ਨਸ਼ਾ ਛੱਡੋ, ਤੇ ਨਸ਼ਾ ਵੇਚਣ ਵਾਲਿਆਂ ਨੂੰ ਵੀ ਬੇਨਤੀ ਹੈ ਭਾਈ ਨਾ ਇਹ ਕੰਮ ਕਰੀਏ, ਨਾ ਇਹ ਕੰਮ ਕਰੀਏ। 10 ਨੌਹਾਂ ਦੀ ਕਿਰਤ ਕਰੀਏ, 10 ਨੌਹਾਂ ਦੀ। ਵੇਖੋ ਜੀ ਇੱਕ ਬੇਨਤੀ ਕਰਨੀ ਚਾਹੁੰਦਾ, ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਧੀ ਕੰਮੀ ਅੰਧ ਸਜਾਏ, ਅੰਧੀ ਕੰਮੀ ਅੰਧ ਸਜਾਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੈਂ ਕੱਲ ਸਹਿਜ ਪਾਠ ਕਰ ਰਿਹਾ ਸੀ ਤੇ ਆਹ ਪੰਕਤੀ ਆਈ ਸੀ, ਅੰਧੀ ਕੰਮੀ ਅੰਧ ਸਜਾਏ। ਮਹਾਰਾਜ ਕਹਿੰਦੇ ਜੇ ਮਾੜਾ ਕੰਮ ਕਰੇਗਾ ਨਾ, ਮਾੜਾ ਕੰਮ, ਇੱਕ ਗੱਲ ਚੇਤੇ ਰੱਖੀ, ਉਹਦੀ ਸਜ਼ਾ ਬੜੀ ਭੈੜੀ ਮਿਲਣੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਦੇਖੋ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ, ਮਹਾਰਾਜ ਕਹਿੰਦੇ ਫਲ ਦਵੇ ਹੋ ਪਾਈਏ ਜਵੇਹੀ ਕਾਰ ਕਮਾਈਏ। ਜਿੱਦਾਂ ਦਾ ਕੰਮ ਕਰੇਗਾ ਉਦਾਂ ਦਾ ਹੀ ਫਲ ਮਿਲੇਗਾ। ਮਹਾਰਾਜ ਨੇ ਤੇ ਕਿਹਾ ਜੇ ਰਹਿਣਾ ਨਹੀਂ ਆਇਤ ਜਗ ਤਾਂ ਕਾਹਿਤ ਗਾਰਬ ਹੰਡੀਏ। ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਜੇ ਇਸ ਸੰਸਾਰ ਦੇ ਵਿੱਚ ਰਹਿਣਾ ਹੀ ਨਹੀਂ ਤੇ ਫਿਰ ਕਿਉਂ ਮਾੜੇ ਕੰਮ ਕਰਦਾ, ਕਿਉਂ ਮਾੜੇ ਕਰਮ ਕਰਦਾ ਹੈ। ਵੇਖੋ ਸਾਧ ਸੰਗਤ ਜੋ ਕੁਝ ਅਸੀਂ ਕਿਸੇ ਨਾਲ ਕਰਾਂਗੇ, ਮੰਨ ਲਓ ਇੱਕ ਬੰਦਾ ਸਮੈਕ ਵੇਚਦਾ ਹੈ, ਉਹ ਸਮੈਕ ਕਿਸੇ ਦੇ ਪੁੱਤ ਨੇ ਪੀਤੀ, ਉਹ ਮਰ ਗਿਆ, ਜੇ ਉਹਨੂੰ ਮਾਰ ਕੇ ਤੂੰ ਇਹ ਗੱਲ ਸੋਚਦਾ ਹੈ ਵੀ ਮੇਰੇ ਪੁੱਤ ਸੁਖੀ ਵਸਣਗੇ, ਮਾਫ ਕਰਨਾ ਸਾਧ ਸੰਗਤ ਇਹ ਕਦੀ ਨਹੀਂ ਹੋ ਸਕਦਾ, ਇਹ ਕਦੀ ਨਹੀਂ ਹੋ ਸਕਦਾ। ਸੋ ਨਿਹਾਲ ਕਿਸੇ ਦਾ ਕੱਲਾ ਕੱਲਾ ਪੁੱਤ ਉਹਨੂੰ ਅਸੀਂ ਨਸ਼ੇ ਦੇ ਉੱਤੇ ਲਾ ਦਿੱਤਾ, ਉਹ ਮਰ ਗਿਆ, ਉਹਦਾ ਘਰ ਉੱਜੜ ਗਿਆ, ਤੇ ਕਿਸੇ ਦਾ ਘਰ ਉਜਾੜ ਕੇ ਜੇ ਅਸੀਂ ਕਵਾਂਗੇ ਸਾਡਾ ਘਰ ਵਸ ਜਾਵੇਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਨਹੀਂ, ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ। ਅਵਰ ਜਣਾ ਫਰੀਦਾ ਲੋੜੈ ਦਾਖ ਬਿਜੁਰੀਆਂ, ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿੱਕਰਾਂ ਦੇ ਬੀਜ ਬੀਜ ਕੇ ਹੁਣ ਤੂੰ ਅੰਗੂਰ ਕਿੱਥੋਂ ਪਾਲਦਾ ਹੈ। ਚੰਗੇ ਕੰਮ ਕਰਾਂਗੇ ਚੰਗਾ ਫਲ ਮਿਲੇਗਾ, ਚੜ੍ਹਦੀ ਕਲਾ ਚ ਰਵਾਂਗੇ। ਮਾੜਾ ਕੰਮ ਕਰਾਂਗੇ ਉਹਦੀ ਸਜ਼ਾ ਜਿਉਂਦੇ ਜੀ ਭੁਗਤਣੀ ਪਵੇਗੀ। ਦੂਸਰੇ ਧਰਮ ਮਰਨ ਤੋਂ ਬਾਅਦ ਦੀਆਂ ਗੱਲਾਂ ਕਰਦੇ ਨੇ, ਪਰ ਇੱਕ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਕਹਿੰਦੇ ਨੇ ਬੰਦਿਆ ਜੋ ਤੂੰ ਜਿਉਂਦੇ ਜੀ ਕਰਾਂਗਾ ਉਹਦਾ ਫਲ ਵੀ ਤੈਨੂੰ ਜਿਉਂਦੇ ਜੀ ਮਿਲੇਗਾ। ਜੇ ਚੰਗੇ ਕੰਮ ਕਰੇਗਾ ਜਿਉਂਦੇ ਜੀ ਉਹਦਾ ਫਲ ਮਿਲੇਗਾ, ਮਾੜੇ ਕੰਮ ਕਰੇਗਾ ਤੇ ਜਿਉਂਦੇ ਜੀ ਉਹਦਾ ਤੈਨੂੰ ਜਿਹੜਾ ਨਤੀਜਾ ਹੈ ਉਹ ਭੁਗਤਣਾ ਪਵੇਗਾ। ਬਾਕੀ ਵੇਖੋ ਜੀ ਮਾਣ ਕਰੋ ਅਸੀਂ ਹਰੀ ਸਿੰਘ ਨਲੂਏ ਦੇ ਵਾਰਸ ਹਾਂ, ਮਾਣ ਕਰੋ ਅਸੀਂ ਬਾਬਾ ਜੀਵਨ ਸਿੰਘ ਦੇ ਵਾਰਸ ਹਾਂ, ਜਿਹਦੀ ਕੁਰਬਾਨੀ ਦੀ ਆਪਾਂ ਕੋਈ ਮੁੱਲ ਹੀ ਨਹੀਂ ਪਾ ਸਕਦੇ, ਐਡੀ ਵੱਡੀ ਕੁਰਬਾਨੀ। ਤੇ ਸੱਚ ਜਾਣਿਓ ਅੱਜ ਜਿੰਨੇ ਵੀ ਮੇਰੇ ਵੀਰ ਭਰਾ ਨੇ ਸਾਰਿਆਂ ਨੂੰ ਬੇਨਤੀ ਹੈ ਭਾਈ ਗੁਰਬਾਣੀ ਪੜਿਆ ਕਰੋ, ਰੋਜ਼ ਗੁਰਦੁਆਰਾ ਸਾਹਿਬ ਆਇਆ ਕਰੋ, ਅੰਮ੍ਰਿਤ ਛਕੋ, ਸੋਹਣੀਆਂ ਦਸਤਾਰਾਂ ਸਜਾਇਆ ਕਰੋ, ਕਬਰਾਂ ਸਮਾਧਾਂ ਮੜੀਆਂ ਮਸਾਣਾਂ ਨੂੰ ਛੱਡ ਕੇ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੋ, ਆਪਣਾ ਜੀਵਨ ਸੋਹਣਾ ਬਣਾਈਏ। ਇਹ ਜੀਵਨ ਬਾਰ-ਬਾਰ ਨਹੀਂ ਮਿਲਣਾ ਜੀ, ਨਾ ਇਸ ਜੀਵਨ ਨੂੰ ਨਸ਼ੇ ਦੇ ਵਿੱਚ ਬਰਬਾਦ ਕਰੀਏ, ਨਾ ਇਸ ਜੀਵਨ ਨੂੰ ਨਸ਼ੇ ਦੇ ਵਿੱਚ ਬਰਬਾਦ ਕਰੀਏ। ਜਿਹਨੂੰ ਇੱਕ ਵਾਰੀ ਨਸ਼ਾ ਲੱਗ ਗਿਆ ਉਹਦਾ ਜੀਵਨ ਤਬਾਹ ਹੋ ਜਾਵੇਗਾ। ਇਸ ਜੀਵਨ ਨੂੰ ਸੋਹਣਾ ਬਣਾਈਏ। ਬਾਕੀ ਗੁਰੂ ਨਾਨਕ ਨੇ ਕਿਹਾ ਸੀ ਕਿਰਤ ਕਰੋ, ਮਹਾਰਾਜ ਨੇ ਸਿੱਖ ਨੂੰ ਕਿਰਤੀ ਬਣਾਇਆ, ਕਿਰਤੀ। ਤੇ ਮੈਂ ਬੇਨਤੀ ਕਰਾਂ ਭੁੱਖਾ ਉਹ ਮਰਦਾ ਹੈ ਜਿਹੜਾ ਵਿਹਲਾ ਰਹਿੰਦਾ ਹੈ, ਜਿਹੜਾ ਕਿਰਤ ਕਰਦਾ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਕਦੀ ਭੁੱਖਾ ਨਹੀਂ ਮਰਨ ਦਿੰਦੇ, ਉਹਨੂੰ ਗੁਰੂ ਗ੍ਰੰਥ ਸਾਹਿਬ ਕਦੀ ਭੁੱਖਾ। ਅੱਜ ਤੇ ਸਾਨੂੰ ਸ਼ਰਮ ਮਾਰ ਗਈ ਜੀ। ਅੱਜ ਮੈਂ ਕਹਿੰਦਾ ਮੈਂ ਹੋਰ ਥਾਂ ਦੀ ਗੱਲ ਨਹੀਂ ਕਰਦਾ, ਜੰਡਿਆਲੇ ਦੀ ਗੱਲ ਕਰ ਲਓ। ਸਬਜ਼ੀ ਦੀਆਂ ਰੇਹੜੀਆਂ ਇੱਥੇ ਕੌਣ ਲਾ ਰਿਹਾ? ਯੂਪੀ ਬਿਹਾਰ ਵਾਲੇ। ਇੱਥੇ ਫਲਾਂ ਦੀਆਂ ਰੇਹੜੀਆਂ ਕੌਣ ਲਾ ਰਿਹਾ? ਯੂਪੀ ਬਿਹਾਰ ਵਾਲੇ। ਇੱਥੇ ਫਾਸਟ ਫੂਡ ਦੀਆਂ ਰੇਹੜੀਆਂ ਕੌਣ ਲਾ ਰਿਹਾ? ਯੂਪੀ ਬਿਹਾਰ ਵਾਲੇ। ਜਿੰਨੀਆਂ ਕੋਠੀਆਂ ਪੰਜਾਬ 'ਚ ਪੈਂਦੀਆਂ ਨੇ ਇਹਨਾਂ ਦੇ ਠੇਕੇ ਕੌਣ ਚੁੱਕ ਰਹੇ? ਯੂਪੀ ਬਿਹਾਰ ਵਾਲੇ। ਗੁਰਦੁਆਰੇ ਨੂੰ ਜਿੰਨੇ ਰੰਗ ਕਲੀਆਂ ਪਲੇਟਾਂ ਲੱਗਦੀਆਂ ਨੇ ਕੌਣ ਕਰ ਰਿਹਾ ਕੰਮ? ਸਾਰੇ ਬਾਹਰੋਂ ਆਣ ਕੇ। ਕੀ ਗੱਲ ਸਾਨੂੰ ਤੇ ਮਹਾਰਾਜ ਨੇ ਕਿਰਤ ਦਾ ਸਿਧਾਂਤ ਦਿੱਤਾ ਸੀ? ਮਹਾਰਾਜ ਨੇ ਕਿਹਾ ਸਿੱਖ ਕਿਰਤੀ ਹੋਵੇ, ਸਿੱਖ ਮਿਹਨਤ ਕਰੇ। ਤੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਜਿਹੜਾ ਕਿਰਤ ਕਰਦਾ ਹੈ ਉਹਦੇ ਘਰ ਨੋਟਾਂ ਦਾ ਮੀਂਹ ਵਰਦਾ ਹੈ, ਨੋਟਾਂ ਦਾ ਵੀ। ਦਿਨ ਰਾਤ ਮਿਹਨਤ ਕਰੋ ਜੀ, ਦਿਨ ਰਾਤ ਕਿਰਤ ਕਰੀਏ। ਜੇ ਦਿਨ ਰਾਤ ਮਿਹਨਤ ਕਰਾਂਗੇ, ਕਿਰਤ ਕਰਾਂਗੇ, ਸਾਫ਼ ਸੁਥਰੀ ਕਿਰਤ ਕਰਾਂਗੇ, ਨੀਤ ਸਾਫ਼ ਹੋਵੇਗੀ, ਬਾਣੀ ਪੜਾਂਗੇ, ਗੁਰੂ ਘਰ ਆਵਾਂਗੇ ਤੇ ਸੱਚ ਜਾਣਿਓ ਹਮੇਸ਼ਾ ਹੀ ਚੜ੍ਹਦੀ ਕਲਾ ਰਹੇਗੀ, ਹਮੇਸ਼ਾ ਹੀ ਚੜ੍ਹਦੀ ਕਲਾ ਰਹੇਗੀ। ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਰੀ ਸੰਗਤ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ। ਬੜਾ ਮਨ ਖੁਸ਼ ਹੋਇਆ ਜੀ। ਔਰ ਪਿੱਛੇ ਮੇਰੇ ਵੀਰ ਭਾਵੇਂ ਰੁਮਾਲ ਹੀ ਬੰਨੇ ਨੇ ਪਰ ਮਨ ਬੜਾ ਖੁਸ਼ ਹੋਇਆ। ਜਦੋਂ ਇਦਾਂ ਦੇ ਨੌਜਵਾਨ ਗੁਰਦੁਆਰੇ ਆਉਂਦੇ ਨੇ ਨਾ ਫਿਰ ਮਨ ਬੜਾ ਹੀ ਖੁਸ਼ ਹੁੰਦਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਇਦਾਂ ਦੇ ਸਾਰੇ ਨੌਜਵਾਨ, ਮੈਂ ਨਹੀਂ ਕਹਿੰਦਾ ਤੁਸੀਂ ਦਸਤਾਰਾਂ ਬੰਨੋ, ਮੈਂ ਨਹੀਂ ਤੁਹਾਨੂੰ ਕੋਈ ਮੈਂ ਫੋਰਸ ਨਹੀਂ ਕਰਦਾ ਵੀ ਤੁਸੀਂ ਅੰਮ੍ਰਿਤ ਛਕੋ, ਪਰ ਮੇਰੀ ਬੇਨਤੀ ਹੈ ਜਦੋਂ ਕਿਤੇ ਇੱਥੇ ਦੀਵਾਨ ਹੋਵੇ ਨਾ ਤੇ ਸਾਰੇ ਨੌਜਵਾਨਾਂ ਨੂੰ ਇਕੱਠੇ ਕਰਕੇ ਗੁਰਦੁਆਰੇ ਲੈ ਕੇ ਆਇਆ ਕਰੋ ਵੀ ਚਲੋ ਭਾਈ
ਸਾਰਾ ਸਾਲ ਹੋਰ ਕੰਮ ਕਰਦੇ ਆ ਜੇ ਅੱਜ ਬਾਬਾ ਦੀਪ ਸਿੰਘ ਜੀ ਦਾ ਦਿਨ ਮਨਾ ਰਹੇ ਆ ਤੇ ਚਲੋ ਗੁਰਦੁਆਰੇ ਚਲੀਏ ਜਾ ਕੇ ਇਤਿਹਾਸ ਸੁਣੀਏ। ਆ ਕਿੱਡਾ ਸੋਹਣਾ ਇਤਿਹਾਸ ਢਾਡੀ ਜਥਾ ਸੁਣਾ ਰਿਹਾ ਸੀ। ਸਾਧ ਸੰਗਤ ਤੁਹਾਡੇ ਤੇ ਬੜੇ ਚੰਗੇ ਭਾਗ ਨੇ ਜਿਹੜੇ ਢਾਡੀ ਜਥਿਆਂ ਨੂੰ 21 51 ਹਜ਼ਾਰ ਦੇ ਕੇ ਸੰਗਤਾਂ ਬੁਲਾਉਂਦੀਆਂ ਨੇ। ਉਹ ਢਾਡੀ ਜਥੇ ਤੇ ਉਹ ਪ੍ਰਚਾਰਕ ਤੇ ਤੁਹਾਡੇ ਘਰ ਦੇ ਵਿੱਚ ਮੈਨੂੰ ਕੱਖ ਨਹੀਂ ਚਾਹੀਦਾ। ਆ ਧਨ ਦੌਲਤ ਰੁਪਇਆ ਪੈਸਾ ਕੱਖ ਨਹੀਂ ਚਾਹੀਦਾ। ਮੇਰੀ ਤੇ ਇਹੋ ਹੀ ਬੇਨਤੀ ਹੈ ਭਾਈ, ਰੋਜ਼ ਗੁਰਦੁਆਰਾ ਸਾਹਿਬ ਆਓ, ਬਾਣੀ ਪੜੋ, ਨਾਮ ਜਪੋ, ਰੱਬ ਦੀ ਭਗਤੀ ਕਰੋ, ਚੰਗੇ ਕੰਮ ਕਰੀਏ, ਸੋਹਣੇ ਕੰਮ ਕਰੀਏ, ਆਪਣੇ ਆਪ ਤੇ ਵੀ ਮਾਣ ਹੋਵੇ ਵੀ ਯਾਰ ਮੈਂ ਸੋਹਣੀ ਜ਼ਿੰਦਗੀ ਜੀ ਕੇ ਚੱਲਿਆ। ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਜਿੱਦਾਂ ਬਾਬਾ ਦੀਪ ਸਿੰਘ ਗੁਰ ਕਲਗੀਧਰ ਦੇ ਨਜ਼ਰਾਂ 'ਚ ਪ੍ਰਵਾਨ ਹੋ ਗਏ, ਉਹਨਾਂ ਦੇ ਚਰਨਾਂ 'ਚ ਉਹਨਾਂ ਨੂੰ ਜਗ੍ਹਾ ਮਿਲ ਗਈ। ਇਸੇ ਤਰ੍ਹਾਂ ਅਸੀਂ ਵੀ ਗੁਰ ਕਲਗੀਧਰ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਈਏ, ਸਾਨੂੰ ਵੀ ਗੁਰ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਿਉਂਦੇ ਜੀ ਜਗ੍ਹਾ ਮਿਲ ਜਾਵੇ। ਸੋ ਸਤਿਗੁਰੂ ਪਾਤਸ਼ਾਹ ਜੀ ਸਾਰੀ ਰੱਬ ਵਰਗੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ਣ। ਜਿੰਨੀਆਂ ਮੇਰੀਆਂ ਭੈਣਾਂ ਬੇਟੀਆਂ ਨੇ ਸਾਰਿਆਂ ਨੂੰ ਬੇਨਤੀ ਹੈ ਵੀ ਸਵੇਰੇ ਉੱਠ ਕੇ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ। ਵੇਖਿਓ ਫਿਰ ਘਰ ਦੇ ਵਿੱਚ ਬਰਕਤਾਂ ਆਉਂਦੀਆਂ, ਵੇਖਿਓ ਫਿਰ ਮਹਾਰਾਜ ਮਿਹਰ ਭਰਿਆ ਹੱਥ ਰੱਖਦੇ। ਸੋ ਅਰਦਾਸ ਹੈ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਤੁਹਾਡੇ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਕਾਰੋਬਾਰਾਂ ਦੇ ਵਿੱਚ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ਣ, ਦੇਹ ਅਰੋਗਤਾ ਬਖਸ਼ਣ। ਸਤਿਗੁਰੂ ਪਾਤਸ਼ਾਹ ਸਰਬੱਤ ਮਾਈ ਭਾਈ ਨੂੰ ਚੜ੍ਹਦੀ ਕਲਾ ਬਖਸ਼ਣ। ਕਥਾ ਕਰਦਿਆਂ ਹੋਈਆਂ ਭੁੱਲਾਂ ਮਾਫ ਕਰ ਦੇਣੀਆਂ। ਫਿਰ ਮੇਰੀ ਬੇਨਤੀ ਹੈ ਜੀ, ਇਹ ਗੱਲ ਹਮੇਸ਼ਾ ਯਾਦ ਰੱਖੋ, ਮਾਣ ਕਰੋ ਕਿ ਅਸੀਂ ਬਾਬਾ ਦੀਪ ਸਿੰਘ ਦੇ ਵਾਰਸਾਂ, ਬਾਬਾ ਜੀਵਨ ਸਿੰਘ ਦੇ ਵਾਰਸਾਂ, ਸਰਦਾਰ ਹਰੀ ਸਿੰਘ ਨਲੂਏ ਦੇ ਵਾਰਸਾਂ। ਉਹ ਬਾਬਾ ਦੀਪ ਸਿੰਘ, ਭਾਈ ਜੈਤਾ ਜੀ, ਬਾਬਾ ਜੀਵਨ ਸਿੰਘ ਜੀ, ਹਰੀ ਸਿੰਘ ਨਲੂਆ, ਜਿਨ੍ਹਾਂ ਨੂੰ ਦੁਨੀਆ ਜਾਣਦੀ ਹੈ, ਜਿਨ੍ਹਾਂ ਨੂੰ ਦੁਨੀਆ ਪੂਜਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ਣ। ਧੰਨਵਾਦ ਰੱਬ ਵਰਗੀਆਂ ਸੰਗਤਾਂ ਦਾ, ਧੰਨਵਾਦ ਇੱਥੋਂ ਦੇ ਪ੍ਰਬੰਧਕਾਂ ਦਾ, ਧੰਨਵਾਦ ਮੇਰੇ ਵੀਰਾਂ ਦਾ, ਗ੍ਰੰਥੀ ਸਾਹਿਬਾਨ ਦਾ। ਸਭ ਤੋਂ ਵੱਡੀ ਗੱਲ, ਅਸੀਂ ਗ੍ਰੰਥੀ ਸਿੰਘਾਂ ਦਾ ਵੀ ਸਤਿਕਾਰ ਕਰਨਾ ਹੈ। ਵੱਡਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਕਥਾ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਮਾਫ ਕਰ ਦੇਣੀਆਂ। ਜਾਣੇ ਅਣਜਾਣੇ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਿਕਲੀ ਹੋਵੇ, ਕਿਸੇ ਦਾ ਦਿਲ ਦੁਖਿਆ ਹੋਵੇ, ਗੁਰੂ ਰੂਪ ਸੰਗਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਖਸ਼ਣ ਯੋਗ ਹੈ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ। ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰੇ ਘਰ ਤਾਂ ਤੇਰੇ, ਸਭ ਦੀ ਸ਼ਹਿ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ, ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ। ਸਾਜ ਨਾਮਦਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਜ ਦੋ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਜਨ ਕੋ ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈ ਸੁਖ ਹੋਆ, ਤਿਤ ਕਰਨ ਦਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਾਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ, ਪਿਤਾ ਮਾਤਾ ਤਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ ਚੰਗਿਆਈਆਂ। ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ